ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ। ਪ੍ਰਣਬਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ। ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਖੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਅੰਤਰ ਹਰ ਧਨ ਸਮਝ ਨ ਹੋਈ ਗੁਰ ਪ੍ਰਸਾਦੀ ਬੂਝੈ ਕੋਈ। ਅੰਤਰ ਹਰ ਧਨ ਸਮਝ ਨ ਹੋਈ ਗੁਰ ਪ੍ਰਸਾਦੀ ਬੂਝੈ ਕੋਈ।
ਗੁਰਮੁਖ ਹੋਵੈ ਸੋ ਧਨ ਪਾਏ, ਸਦ ਹੀ ਨਾਮ ਨਿਵਾਸੀ ਹੈ। ਅਨਲ ਵਾਓ ਭਰਮ ਭੁਲਾਈ, ਮਾਇਆ ਮੋਹੇ ਸੁਧ ਨ ਕਾਈ। ਮਨ ਮੁਖ ਅੰਧੇ ਕਿਛੂ ਨ ਸੂਝੈ, ਗੁਰਮਤਿ ਨਾਮ ਪਰਗਾਸੀ ਹੈ। ਮਨ ਮੁਖ ਹਉਮੈ ਮਾਇਆ ਸੂਤੇ, ਆਪਣਾ ਘਰ ਨ ਸੰਭਾਲਹਿ ਅੰਤ ਵਿਗੂਤੇ। ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ, ਦੁਖੇ ਦੁਖ ਨਿਵਾਸੀ ਹੈ। ਆਪੇ ਕਰਤੈ ਕਾਰ ਕਰਾਈ, ਆਪੇ ਗੁਰਮੁਖ ਦੇ 부ਝਾਈ। ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਨਿਵਾਸੀ ਹੈ। ਆਪੇ ਕਰਤੈ ਕਾਰ ਕਰਾਈ, ਆਪੇ ਗੁਰਮੁਖ ਦੇ 부ਝਾਈ। ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਨਿਵਾਸੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਬਰ ਛਤਰ ਤਖ਼ਤ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ, ਸਰਬ ਸਾਂਝੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਨਮਾਨਯੋਗ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਕੱਲ ਤੱਕ ਦੀ ਵਿਚਾਰ ਦੇ ਵਿੱਚ
ਆਪ ਜੀ ਨੇ 12 ਬੰਦਾਂ ਤੱਕ ਵਿਚਾਰ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਜੀ 13ਵੇਂ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਕਰੋ ਸਾਰੇ ਆਪਣੀ ਰਸਨਾ ਪਵਿੱਤਰ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅੰਤਰ ਹਰ ਤਨ ਸਮਝ ਨ ਹੋਈ, ਗੁਰ ਪ੍ਰਸਾਦੀ ਬੂਝੈ ਕੋਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਜਗਿਆਸੂ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਜਿਵੇਂ ਦੁਨਿਆਵੀ ਧਨ ਨੂੰ ਇਕੱਤਰ ਕਰਨ ਦੇ ਲਈ ਜੀਵ ਦਿਨ ਰਾਤ ਮਿਹਨਤ ਮੁਸ਼ੱਕਤ ਕਰਦਾ ਹੈ, ਉਸ ਧਨ ਦੀ ਲਾਲਸਾ ਜੀਵ ਦੇ ਅੰਦਰ ਇੰਨੀ ਹੁੰਦੀ ਹੈ ਕਿ ਉਸ ਧਨ ਨੂੰ ਪ੍ਰਾਪਤ ਕਰਨ ਦੇ ਲਈ ਕਈ ਮਨੁੱਖ ਆਪਣੇ ਧਰਮ ਤੋਂ ਡਿੱਗ ਕੇ ਧਰਮ ਤੋਂ ਉਲਟ ਕਰਮ ਕਰਕੇ ਵੀ ਮਾਇਆ ਨੂੰ ਇਕੱਤਰ ਕਰਦੇ ਹਨ। ਤੇ ਸਤਿਗੁਰੂ ਜੀ ਜਿਹੜਾ ਦੁਨਿਆਵੀ ਧਨ ਹੈ, ਇਹ ਦੁਨਿਆਵੀ ਧਨ ਤਾਂ ਜੀਵ ਦੇ ਨਾਲ ਨਿਭਣ ਵਾਲਾ ਨਹੀਂ ਹੈ, ਆਪ ਜੀ ਨੇ ਵਚਨ ਕੀਤੇ ਹਨ। ਤੇ ਸਤਿਗੁਰੂ ਫਿਰ ਉਹ ਕਿਹੜਾ ਧਨ ਹੈ ਜਿਹੜਾ ਜੀਵ ਦੇ ਨਾਲ ਨਿਭਣ ਵਾਲਾ ਹੈ? ਗੁਰੂ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿਣ ਲੱਗੇ ਉਹ ਨਾਮ ਰੂਪੀ ਧਨ ਹੈ। ਕਹਿੰਦੇ ਇਹ ਨਾਮ ਰੂਪੀ ਧਨ ਹੈ ਕਿੱਥੇ ਹੈ? ਤੇ ਸਤਿਗੁਰੂ ਕਹਿੰਦੇ ਨੇ ਇਹ ਜੀਵ ਤੇਰੇ ਅੰਦਰ ਹੈ। ਜਿੰਨੇ ਵੀ ਜੀਵ ਹਨ, ਹਰ ਇੱਕ ਜੀਵ ਦੇ ਅੰਦਰ ਹੀ ਸਤਿਗੁਰੂ ਜੀ ਨੇ ਨਾਮ ਦਾ ਧਨ, ਨਾਮ ਦਾ ਖਜ਼ਾਨਾ ਰੱਖਿਆ ਹੋਇਆ ਹੈ, ਪਰ ਪ੍ਰਗਟ ਕੋਈ ਬਿਰਲਾ ਕਰਦਾ ਹੈ। ਜਿਨ੍ਹਾਂ ਉੱਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ, ਦਿਨ ਰਾਤ ਉਸ ਮਾਲਕ ਦੇ ਗੁਣਾਂ ਦਾ ਗਹਿਣ ਕਰਦੇ, ਅਭਿਆਸ ਕਰਦੇ ਹਨ, ਫਿਰ ਉਹਨਾਂ ਦੇ ਅੰਦਰੋਂ ਗੁਰੂ ਸਵਰੇ ਇਹ ਨਾਮ ਰੂਪੀ ਧਨ ਜਿਹੜਾ ਪ੍ਰਗਟ ਹੋ ਜਾਂਦਾ ਹੈ। ਜਿਵੇਂ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਹਰ ਨਾਮ ਤਾਂ ਨਿਰਮਲ ਅਤ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ। ਜਿਹੜਾ ਨਾਮ ਰੂਪੀ ਧਨ ਹੈ ਇਹ ਨਿਰਮਲ ਹੈ, ਇਹਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਹੈ। ਗੁਰੂ ਦੇ ਸ਼ਬਦ ਦੇ ਭੰਡਾਰੇ ਭਰੇ ਹੋਏ ਹਨ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਸਾਹਿਬਾਂ ਦੀ ਬਾਣੀ ਦਾ ਇੱਕ ਇੱਕ ਜਿਹੜਾ ਸ਼ਬਦ ਹੈ, ਜਿਉਂ-ਜਿਉਂ ਆਪਾਂ ਅਭਿਆਸ ਕਰਦੇ ਜਾਵਾਂਗੇ ਤੇ ਸਾਡੀ ਰਸਨਾ ਦੇ ਉੱਤੇ ਫਿਰ ਇਹ ਸਤਿਗੁਰਾਂ ਦੀ ਬਾਣੀ ਦੀਆਂ ਪੰਗਤੀਆਂ ਆਪਣੀਆਂ ਵਸਣ ਲੱਗ ਪੈਂਦੀਆਂ ਨੇ। ਜਿਵੇਂ ਮਨੁੱਖ ਨੂੰ ਜਵਾਨੀ ਯਾਦ ਹੋ ਜਾਂਦੇ ਨੇ, ਇੱਕ ਵਾਰੀ ਆਪਾਂ ਪੜ੍ਹੀਏ, 10 ਵਾਰੀ ਪੜ੍ਹ ਲਈਏ, 20 ਵਾਰੀ ਪੜ੍ਹ ਲਈਏ, ਸ਼ਬਦ ਯਾਦ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਵਾਰ-ਵਾਰ ਆਪਾਂ ਮੁੱਖੋਂ ਵਾਹਿਗੁਰੂ ਵਾਹਿਗੁਰੂ ਆਖਾਂਗੇ ਨਾ, ਜਿਹੜਾ ਸਾਡੇ ਅੰਦਰ ਜਿਹੜਾ ਪ੍ਰਮਾਤਮਾ ਨੇ ਗੁਪਤ ਰੂਪ ਵਿੱਚ ਇਹ ਧਨ ਰੱਖਿਆ ਹੋਇਆ ਹੈ, ਇਹ ਧਨ ਫਿਰ ਆਪਣੇ ਆਪ ਹੀ ਗੁਰੂ ਸਰ ਪ੍ਰਗਟ ਹੋਣਾ ਹੈ। ਪਰ ਅਭਿਆਸ ਕਰਨਾ ਪਵੇਗਾ, ਗੁਰੂ ਵਾਲੇ ਬਣਨਾ ਪਵੇਗਾ। ਜਿਹਦਾ ਗੁਰੂ ਸਾਹਿਬਾਨ ਜੀ ਬਖਸ਼ਿਸ਼ ਨਹੀਂ ਕਰਦੇ, ਉਹ ਤਾਂ ਕੁਝ ਵੀ ਨਹੀਂ ਬਣਨਾ ਹੈ। ਸਤਿਗੁਰੂ ਕਹਿੰਦੇ ਨਾਮ ਰੂਪੀ ਧਨ ਇਹ ਜੀਵ ਹੈ ਤਾਂ ਤੇਰੇ ਅੰਦਰ ਹੀ ਹੈ, ਪਰ ਤੇਰੀ ਹਾਲਤ ਐਸੀ ਹੈ ਤੈਨੂੰ ਸਮਝ ਨਾ ਹੋਈ, ਤੈਨੂੰ ਇਸ ਗੱਲ ਦੀ ਸੋਝੀ ਨਹੀਂ ਆ ਰਹੀ ਹੈ। ਫਿਰ ਸਤਿਗੁਰੂ ਜੀ ਇਹਦਾ ਗਿਆਨ ਕਿਵੇਂ ਪਤਾ ਲੱਗੇਗਾ ਜੀਵ ਨੂੰ?
ਤੇ ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰ ਪ੍ਰਸਾਦੀ ਬੂਝੈ ਕੋਈ, ਜਿਨ੍ਹਾਂ ਉੱਤੇ ਗੁਰੂ ਦੀ ਪ੍ਰਸਾਦ ਕਿਰਪਾ ਹੋ ਜਾਵੇ, ਰਹਿਮਤ ਹੋ ਜਾਵੇ, ਕਹਿੰਦੇ ਫਿਰ ਉਹ ਕੋਈ ਬਿਰਲਾ ਹੈ ਜਿਹੜਾ ਇਸ ਗੱਲ ਨੂੰ ਬੁੱਝ ਲੈਂਦਾ ਹੈ। ਕਿਉਂਕਿ ਹੁਣ ਦੇਖੀਏ, ਸਾਰੇ ਆਪਾਂ ਬਾਣੀ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਪਰ ਜਿਹੜੀ ਨੇੜਤਾ ਹੈ ਕਿਸੇ ਇੱਕ ਅੱਧੇ ਦੀ ਬਣਦੀ ਹੈ ਪਰਮਾਤਮਾ ਗੁਰੂ ਸਾਹਿਬਾਨ ਦੇ ਨਾਲ, ਜਿਹਦੇ ਉੱਤੇ ਉਸ ਮਾਲਕ ਦੀ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਇਸ ਗੱਲ ਨੂੰ ਸਮਝ ਲੈਂਦਾ। ਫਿਰ ਇਹ ਨਾਮ ਰੂਪੀ ਧਨ ਉਹਨਾਂ ਨੂੰ ਫਿਰ ਹਿਰਦੇ ਰੂਪੀ ਘਰ ਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਜੇ ਆਪਾਂ ਦੁਨਿਆਵੀ ਤੌਰ 'ਤੇ ਗੱਲ ਕਰੀਏ ਨਾ, ਤੇ ਧਨ ਕੀ ਹੈ, ਤੇ ਆਪਾਂ ਆਖਾਂਗੇ ਧਨ ਮਾਇਆ ਸੰਪਤਾ ਜਿੰਨੀ ਵੀ ਹੈ, ਖਜ਼ਾਨੇ ਨੇ, ਇਹ ਸਾਰਾ ਧਨ ਹੈ। ਪਰ ਅਸਲ ਦੇ ਵਿੱਚ ਅਸਲ ਧਨ ਕੀ ਹੈ? ਜੀਵ ਦੇ ਬੱਚੇ, ਪੁੱਤਰ ਧੀਆਂ। ਅਜੋਕੇ ਸਮੇਂ ਦੇ ਵਿੱਚ ਜਿਸ ਮਨੁੱਖ ਦੇ ਬੱਚੇ ਆਗਿਆਕਾਰੀ ਹਨ, ਜਿਸ ਮਨੁੱਖ ਦੇ ਬੱਚੇ ਸਾਬਤ ਸੂਰਤ ਹਨ, ਜਿਸ ਮਨੁੱਖ ਦੇ ਬੱਚੇ ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਕਰਦੇ ਹਨ, ਤੇ ਮੈਂ ਸਮਝਦਾ ਉਹ ਸਭ ਤੋਂ ਵੱਡਾ ਅਮੀਰ ਹੈ। ਜੇ ਹੁਣ ਘਰ ਦੇ ਵਿੱਚ ਲੱਖਾਂ ਕਰੋੜਾਂ ਹੋਣ, ਅਰਬਾਂ ਖਰਬਾਂ ਪਤੀ ਬਣਿਆ ਹੋਵੇ, ਤੇ ਬੱਚੇ ਆਗਿਆਕਾਰ ਨਾ ਹੋਵੇ, ਬੱਚੇ ਗੁਰੂ ਸਵਾਰਿਓ ਨਸ਼ੇ ਕਰਦੇ ਹੋਣ, ਉਹ ਧਨ ਫਿਰ ਕੀ ਕਰਨਾ ਹੈ? ਅਸਲੀ ਖਜ਼ਾਨਾ ਸਾਡਾ ਸਰਮਾਇਆ ਕੀ ਹੈ? ਸਾਡੇ ਬੱਚੇ। ਤੇ ਬੱਚਿਆਂ ਨੂੰ ਫਿਰ ਨਸ਼ੇ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਹੁਣ ਇਹ ਸਵਾਲ ਹੈ। ਸੁਸਾਇਟੀ ਇਹੋ ਜਿਹੀ ਹੋ ਗਈ ਹੈ, ਘਰ ਘਰ 'ਚ ਨਸ਼ਾ, ਪਰ ਬੱਚਿਆਂ ਨੂੰ ਬਚਾਇਆ ਕਿਵੇਂ ਜਾ ਸਕਦਾ ਹੈ? ਇੱਕੋ ਇੱਕ ਤਰੀਕਾ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ, ਕਿ ਸਤਿਗੁਰੂ ਦੀ ਬਾਣੀ ਦੇ ਨਾਲ ਲੜਵਾ ਦਈਏ। ਬਚਪਨ ਦੇ ਵਿੱਚ ਹੀ ਆਪਾਂ ਬੱਚਿਆਂ ਨੂੰ ਬਾਣੀ ਨਾਲ ਜੋੜੀਏ, ਬਾਣੀ ਦਾ ਆਪ ਬਾਣੀ ਪੜ੍ਹੀਏ, ਬੱਚਿਆਂ ਨੂੰ ਕੋਲ ਬਿਠਾਈਏ। ਜਿਉਂ-ਜਿਉਂ ਨਾਮ ਬਾਣੀ ਦਾ ਅਭਿਆਸ ਆਪਾਂ ਕਰਾਂਗੇ, ਸਾਡੇ ਬੱਚੇ ਸਾਨੂੰ ਦੇਖ ਕੇ ਕਰਨਗੇ, ਤੇ ਉਹ ਬੱਚਾ ਕਦੇ ਵੀ ਨਸ਼ੇ ਵਾਲੇ ਪਾਸੇ ਨਹੀਂ ਜਾਵੇਗਾ। ਅਸੀਂ ਅਵੇਸਲੇ ਹੋ ਜਾਂਦੇ ਹਾਂ, ਆਪਾਂ ਆਪ ਨਹੀਂ ਪੜ੍ਹਦੇ ਤੇ ਬੱਚਿਆਂ ਨੇ ਕਿੱਥੋਂ ਪੜ੍ਹਨੀ ਹੈ। ਇਸ ਕਰਕੇ ਇਹ ਜ਼ਰੂਰੀ ਹੈ। ਜਦੋਂ ਆਪਾਂ ਇਸ ਤਰ੍ਹਾਂ ਫਿਰ ਜਦੋਂ ਇਹ ਧਨ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹੜੇ ਅੱਠੇ ਪਹਿਰ ਵਿੱਚ ਸਾਸ ਗਰਾਸ ਦਾ ਉਸ ਮਾਲਕ ਦਾ ਸਿਮਰਨ ਕਰਦੇ ਹਨ, ਤੇ ਗੁਰੂ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦੀ ਬੂਝੈ ਕੋਈ, ਜਿਨ੍ਹਾਂ ਉੱਤੇ ਗੁਰੂ ਦੀ ਪ੍ਰਸਾਦ ਕਿਰਪਾ ਹੁੰਦੀ ਹੈ ਨਾ, ਉਹ ਇਸ ਨਾਮ ਰੂਪੀ ਧਨ ਨੂੰ ਪ੍ਰਾਪਤ ਕਰਦਾ ਹੈ। ਪਰ ਕੋਈ ਬਿਰਲਾ ਹੀ ਬੁੱਝ ਸਕਦਾ, ਜਾਣ ਸਕਦਾ ਹੈ। ਗੁਰਮੁਖ ਹੋਵੈ ਸੋ ਧਨ ਪਾਏ, ਸਦਹੀ ਨਾਮ ਨਿਵਾਸੀ ਹੈ। ਸਤਿਗੁਰੂ ਜੀ ਫਿਰ ਇਹ ਨਾਮ ਰੂਪੀ ਧਨ ਕਿਹੜੇ ਕਿਹੜੇ ਪ੍ਰਾਪਤ ਕਰਦੇ ਨੇ? ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਹੜਾ ਗੁਰਮੁਖ ਹੋਵੇ, ਗੁਰਮੁਖ ਜਿਹੜਾ ਗੁਰੂ ਦੇ ਸਨਮੁਖ ਹੈ, ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ, ਕਹਿੰਦੇ ਉਹ ਗੁਰਮੁਖ ਜਨ ਹੋ ਜੇ ਬਣ ਜਾਵੇ, ਕਹਿੰਦੇ ਫਿਰ ਉਹ ਗੁਰੂ ਪਾਸੋਂ ਸੋ ਧਨ ਪਾਏ, ਇਹ ਨਾਮ ਰੂਪੀ ਧਨ ਨੂੰ ਪ੍ਰਾਪਤ ਕਰ ਲੈਂਦੇ ਹਨ। ਤੇ ਇਸ ਤਰ੍ਹਾਂ ਫਿਰ ਉਹਨਾਂ ਦੇ ਸਦੀ ਸਦੀਵੀ ਕਾਲ ਲਈ ਇਹ ਨਾਮ ਦਾ ਨਿਵਾਸ ਉਹਨਾਂ ਜੀਵਾਂ ਦੇ ਅੰਦਰ ਹੋ ਜਾਂਦਾ, ਜਿਹੜੇ ਗੁਰਮੁਖ ਬਣ ਜਾਂਦੇ ਹਨ। ਕਿ ਗੁਰਮੁਖ ਰੋਮ ਰੋਮ ਹਰ ਧਿਆਵੇ, ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਦੇਖੋ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਕੱਲ੍ਹ ਨੂੰ ਪ੍ਰਕਾਸ਼ ਪੁਰਬ ਆ ਰਿਹਾ ਹੈ। ਗੁਰੂ ਨਾਨਕ ਲੇਵਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਸਲਾਹ ਕਹਿਣ ਕਥਨ ਤੋਂ ਪਰੇ ਹੈ। ਲਾਲਾ ਦੌਲਤ ਰਾਏ ਕਿਤਾਬ ਲਿਖੀ ਹੈ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਸਲਾਹ ਦੇ ਵਿੱਚ ਉਹਨਾਂ ਨੇ ਵਡਿਆਈ ਲਿਖੀ ਪਾਤਸ਼ਾਹ ਦੀ। ਆਰੀਆ ਸਮਾਜ ਦਾ ਇਹ ਪ੍ਰਚਾਰਕ ਸੀ ਲਾਲਾ ਦੌਲਤ ਰਾਏ। ਆਰੀਆ ਸਮਾਜ ਦਾ ਪ੍ਰਚਾਰਕ ਸੀ, ਧਰਮ ਦਾ ਅਧਿਐਨ ਕਰਦਾ ਸੀ, ਬੜੀਆਂ ਧਰਮ ਗ੍ਰੰਥ ਪੜ੍ਹਦਾ ਸੀ, ਵੱਡੇ ਵੱਡੇ ਵਿਦਵਾਨਾਂ ਨੂੰ ਪੜ੍ਹਿਆ। ਇੱਕ ਦਿਨ ਪੜ੍ਹਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਤਾਬ ਜੀਵਨੀ ਹੱਥ ਵਿੱਚ ਲੱਗ ਗਈ। ਸਤਿਗੁਰ ਦੀ ਜੀਵਨੀ ਪੜ੍ਹੀ। ਪਟਨੇ ਤੋਂ ਲੈ ਕੇ ਆਨੰਦਪੁਰ ਸਾਹਿਬ, ਆਨੰਦਪੁਰ ਤੋਂ ਸਾਹਿਬ ਤੋਂ ਨੰਦੇੜ ਤੱਕ, ਹਜੂਰ ਸਾਹਿਬ ਦੀ ਧਰਤੀ ਤੱਕ, ਕਿ 42 ਸਾਲ ਦੀ ਉਮਰ ਦੇ ਵਿੱਚ ਵੱਡੇ ਵੱਡੇ ਕਾਰਨਾਮੇ। ਫਿਰ ਲਾਲਾ ਦੌਲਤ ਰਾਏ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਸਿਫਤ ਵਿੱਚ ਲਿਖਦਾ, ਕਹਿੰਦਾ ਇੱਕ ਪਾਸੇ ਖੁਦਾ ਅੱਲਾ, ਇੱਕ ਪਾਸੇ ਕਹਿੰਦੇ ਜਿੰਨਾ ਵੀ ਪਰਮਾਤਮਾ ਦਾ ਨੂਰ ਹੈ, ਕਹਿੰਦੇ ਉਸ ਨੂਰ ਦੇ ਵਿੱਚ ਜੋ ਪ੍ਰਗਟ ਹੋਇਆ ਹੈ ਉਹ ਨੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ। ਕਲਗੀਆਂ ਵਾਲੇ ਪਾਤਸ਼ਾਹ ਸਿਫਤ ਵਿੱਚ ਲਿਖਿਆ। ਫਿਰ ਸਤਿਗੁਰੂ ਮਹਾਰਾਜ ਦੇ ਜੰਗਾਂ ਯੁੱਧਾਂ ਨੂੰ ਪੜ੍ਹਨਾ ਕੀਤਾ, ਬਾਚਣਾ ਕੀਤਾ। ਦੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਕਾਲ 'ਚ 14 ਜੰਗਾਂ ਲੜੀਆਂ। ਇੱਕ ਪਾਸੇ ਫਿਰ ਸ਼੍ਰੀ ਰਾਮਚੰਦਰ ਦੇ ਸਮੇਂ ਦਾ ਗ੍ਰੰਥ ਰੱਖ ਲਿਆ ਰਮਾਇਣ, ਇੱਕ ਪਾਸੇ ਸ਼੍ਰੀ ਕ੍ਰਿਸ਼ਨ ਦੇ ਸਮੇਂ ਦੀ ਗੀਤਾ ਰੱਖਣਾ ਕੀਤੀ, ਮਹਾਭਾਰਤ ਪੜ੍ਹਿਆ ਤੇ ਗੁਰੂ ਸਵਾਰਿਓ ਫਿਰ ਵਿਚਾਰ ਕੇ ਸਿੱਟਾ ਇਹ ਕੱਢਿਆ। ਉਹ ਲਿਖਦਾ, ਕਹਿੰਦਾ ਅੱਜ ਤੱਕ ਜਿੰਨੇ ਵੀ ਜੰਗ ਯੁੱਧ ਹੋਏ ਨੇ ਨਾ, ਉਹ ਜੰਗ ਯੁੱਧ ਜਰ ਜੋਰੂ ਜ਼ਮੀਨ ਤੱਕ ਕਰਕੇ ਹੋਏ ਨੇ। ਜਰ ਕਹਿੰਦੇ ਨੇ ਮਾਇਆ ਨੂੰ, ਜ਼ਮੀਨ ਕਹਿੰਦੇ ਧਨ ਜਿਹੜੀ ਸਾਡੀ ਭੂਮੀ ਹੈ। ਤੇ ਇਸ ਤਰ੍ਹਾਂ ਗੁਰੂ ਸਰੇ ਇਸਤਰੀ ਕਰਕੇ ਯੁੱਧ ਹੋਏ ਨੇ। ਹੁਣ ਜੇ ਆਪਾਂ ਦੁਆਪਰ ਦੀ ਗੱਲ ਕਰੀਏ, ਤ੍ਰੇਤੇ ਦੀ ਗੱਲ ਕਰੀਏ, ਤ੍ਰੇਤੇ ਦੇ ਯੁੱਧ ਦੇ ਵਿੱਚ 2 ਇਸਤਰੀਆਂ ਸਨ। ਇੱਕ ਸੀਤਾ ਜੀ ਸਨ, ਦੂਜੀ ਸੀ ਸਰੂਪਨਖਾ। ਜਿਵੇਂ ਲਾਲਾ ਦੌਲਤ ਰਾਏ ਨੇ ਲਿਖਣਾ ਕੀਤਾ ਉਹਦੇ ਮੁਤਾਬਕ ਕਹਿੰਦੇ ਨੇ, ਜਦੋਂ ਕਹਿੰਦਾ ਮੈਂ ਸਾਰਾ ਇਤਿਹਾਸ ਪੜ੍ਹਿਆ, ਦੇਖਿਆ ਕਿ 2 ਇਸਤਰੀਆਂ ਕਰਕੇ ਬਹੁਤ ਵੱਡਾ ਯੁੱਧ ਹੋਇਆ। ਸਰੂਪਨਖਾ ਦਾ ਨੱਕ ਵੱਢਿਆ ਤੇ ਸੀਤਾ ਦਾ ਹਰਨ ਫਿਰ ਰਾਵਣ ਨੇ ਕੀਤਾ, ਜਿੱਥੋਂ ਕਹਿੰਦੇ ਫਿਰ ਯੁੱਧ ਹੋ ਗਿਆ। ਪਰ ਜੇ ਯੁੱਧ ਦੀ ਗੱਲ ਕਰੀਏ, ਲੰਕਾਪਤੀ ਰਾਜਾ ਰਾਵਣ ਸੀ ਤੇ ਇੱਧਰ ਜੋ ਸਮੇਂ ਦੇ ਅਵਤਾਰੀ ਸ਼੍ਰੀ ਰਾਮਚੰਦਰ ਜੀ ਸਨ, ਉਹ ਵੀ ਰਾਜੇ ਸਨ। ਉਹਨਾਂ ਕੋਲ ਵੀ ਸੈਨਾ ਸੀ, ਰਾਵਣ ਕੋਲ ਵੀ ਸੈਨਾ ਸੀ, ਸਾਰੇ ਸ਼ਸਤਰਾਂ ਦਾ ਪ੍ਰਬੰਧ ਸੀ। ਫਿਰ ਕਹਿੰਦੇ ਜੇ ਮਹਾਭਾਰਤ ਦੀ ਗੱਲ ਕਰੀਏ, ਮਹਾਭਾਰਤ ਦੇ ਵਿੱਚ ਇੱਕ ਇਸਤਰੀ ਸੀ ਜਿਹਦੇ ਕਰਕੇ ਯੁੱਧ ਹੋਇਆ, ਉਹ ਸੀ ਦ੍ਰੋਪਦਾ। ਦ੍ਰੋਪਦਾ ਦੇ ਬਾਬਤ ਇਸ ਤਰ੍ਹਾਂ ਲਿਖਿਆ ਗਿਆ, ਕਹਿੰਦੇ ਨੇ ਪਾਂਡਵਾਂ ਨੇ ਇੱਕ ਬੜਾ ਆਲੀਸ਼ਾਨ ਮਹਿਲ ਤਿਆਰ ਕੀਤਾ। ਪਾਂਡਵਾਂ ਨੇ ਇੱਕ ਆਲੀਸ਼ਾਨ ਮਹਿਲ ਤਿਆਰ ਕੀਤਾ ਤੇ ਬੜੀ ਸੋਹਣੀ ਅੰਦਰ ਚਿੱਤਰਕਾਰੀ ਕੀਤੀ। ਜਿਹੜੀ ਧਰਤੀ ਸੀ ਨਾ, ਧਰਤੀ ਉੱਤੇ ਇਸ ਤਰ੍ਹਾਂ ਦੇ ਚਿੱਤਰ ਬਣਾਉਣਾ ਕੀਤੇ ਕਿ ਜਿਹੜੀ ਧਰਤੀ ਉੱਤੇ ਮਾਨੋ ਜਿੱਥੇ ਮਿੱਟੀ ਪਈ ਹੋਈ ਆ, ਉਹ ਦੇਖਣ ਨੂੰ ਇੰਝ ਲੱਗਦਾ ਸੀ ਕਿ ਮਾਨੋ ਇੱਥੇ ਪਾਣੀ ਖੜਾ ਹੈ। ਇੱਕ ਪਾਸੇ ਵਿੱਚ ਫੁੱਲ ਨੇ, ਫੁੱਲਾਂ ਦੇ ਵਿੱਚ ਬੜੇ ਸੋਹਣੇ ਰੰਗ ਭਰੇ ਹੋਏ ਨੇ। ਉਹ ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਫੁੱਲਾਂ ਦਾ ਬਗੀਚਾ ਹੈ। ਹੁਣ ਮਹਿਮਾਨ ਆ ਰਹੇ ਨੇ, ਜਿਹੜਾ ਵੀ ਕਦਮ ਰੱਖਦਾ ਭੁਲੇਖਾ ਪੈਂਦਾ ਹੈ। ਤੇ ਦੁਰਯੋਧਨ ਆਇਆ। ਦੁਰਯੋਧਨ ਨੇ ਦੇਖਿਆ ਕਿ ਇੱਕ ਪਾਸੇ ਫੁੱਲਾਂ ਦੀ ਬਗੀਚੀ ਬਣੀ ਹੋਈ ਹੈ, ਸੋਹਣੇ ਰੰਗ ਭਰੇ ਹੋਏ ਨੇ, ਦੂਜੇ ਪਾਸੇ ਆ ਧਰਤੀ ਉੱਤੇ ਪਾਣੀ ਹੈ।
ਕਹਿੰਦੇ ਨੇ ਉਸ ਸਮੇਂ ਦੁਰਯੋਧਨ ਨੇ ਜਿਹੜੀ ਧਰਤੀ ਉੱਤੇ ਪਾਣੀ ਜਾਣ ਜਦੋਂ ਕਦਮ ਰੱਖਿਆ ਦੂਜੇ ਪਾਸੇ ਜਿਹਦੇ ਫੁੱਲਾਂ ਜਿੱਥੇ ਰੰਗ ਭਰੇ ਹੋਏ ਸਨ, ਤੇ ਉਹ ਪਾਣੀ ਨਾਲ ਭਰਿਆ ਹੋਇਆ ਸੀ, ਦੁਰਯੋਧਨ ਵਿੱਚ ਡੁੱਬ ਗਿਆ। ਦੁਰਯੋਧਨ ਡੁੱਬਿਆ ਤੇ ਜਿੰਨੇ ਵੀ ਰੰਗ ਅੰਦਰ ਭਰੇ ਹੋਏ ਸਨ ਸਾਰੇ ਖਰਾਬ ਹੋ ਗਏ। ਤੇ ਉੱਥੇ ਦ੍ਰੋਪਤਾ ਨੇ ਇੱਕ ਤਾਨਾ ਮਾਰਿਆ ਸੀ, ਕਹਿਣ ਲੱਗੇ ਅੰਨੇ ਦਾ ਅੰਨਾ, ਅੰਨੇ ਦਾ ਅੰਨਾ ਆਖਣਾ ਕੀਤਾ। ਤੇ ਇਹ ਜਿਹੜਾ ਤਾਨਾ ਸੀ ਦੁਰਯੋਧਨ ਦੇ ਅੰਦਰ ਨੂੰ ਵਿੰਨ ਗਿਆ, ਸੱਟ ਲੱਗੀ ਹੈ। ਕਹਿਣ ਲੱਗਿਆ ਸਮਾਂ ਆਵੇਗਾ ਦੱਸਾਂਗਾ ਮੈਂ ਅੰਨੇ ਦਾ ਅੰਨਾ ਕੀ ਹੁੰਦਾ ਹੈ। ਤੇ ਗੁਰੂ ਸਵਾਰਿਓ ਇੱਥੋਂ ਫਿਰ ਜਦੋਂ ਪਾਂਡਵ ਹਾਰੇ ਨੇ, ਦ੍ਰੋਪਤਾ ਦਾ ਚੀਰ ਹਰਨ ਹੋਇਆ, ਤੇ ਇੱਥੋਂ ਫਿਰ ਜਿਹੜਾ ਹੈ ਇਹ ਯੁੱਧ ਦਾ ਕਾਰਨ ਬਣੇ ਸਨ। ਇੱਕ ਪਾਸੇ ਕੈਰਵ ਸਨ, ਇੱਕ ਪਾਂਡਵ ਸਨ। ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਜਿਹੜੇ ਜੁਝਾਰੂ ਸਨ, ਉਹ ਮਹਾਭਾਰਤ ਦੀ ਜੰਗ ਵਿੱਚ ਖਤਮ ਹੋ ਗਏ। ਲਾਲਾ ਦੌਲਤ ਰਾਏ ਲਿਖਦਾ, ਇੱਕ ਪਾਸੇ ਕਹਿੰਦਾ ਫਿਰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਸਨ, ਜਿੰਨੇ ਵੀ ਸਤਿਗੁਰੂ ਨੇ ਜੰਗ ਯੁੱਧ ਲੜਨਾ ਕੀਤੇ ਨੇ, ਸਤਿਗੁਰੂ ਪਹਿਲੀ ਗੱਲ ਤਾਂ ਹੈ ਕਿਸੇ ਉੱਤੇ ਸਤਿਗੁਰੂ ਚੜ੍ਹ ਕੇ ਨਹੀਂ ਗਏ। ਦੂਜੀ ਗੱਲ ਹੈ ਕਿ ਜੰਗ ਯੁੱਧ ਕਿਸੇ ਜੋਰੂ ਲਈ ਨਹੀਂ, ਕਿਸੇ ਜਰ ਜ਼ਮੀਨ ਦੇ ਲਈ, ਮਾਇਆ ਦੇ ਨਹੀਂ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਸ਼ ਕੌਮ ਦੇ ਲਈ ਇਹ ਜੰਗ ਯੁੱਧ ਲੜਨਾ ਕੀਤੇ ਨੇ, ਦੇਸ਼ ਕੌਮ ਦੇ ਲਈ। ਕੋਈ ਕਿਸੇ ਉੱਤੇ ਚੜ੍ਹ ਕੇ, ਜਿਹੜਾ ਚੜ੍ਹ ਕੇ ਇਹਨੂੰ ਜਵਾਬ ਦੇਣਾ ਕੀਤਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ। ਤੇ ਸਤਿਗੁਰੂ ਮਹਾਰਾਜ ਦੀ ਸਿਫਤ ਸਲਾਹ ਦੇ ਵਿੱਚ ਲਾਲਾ ਦੌਲਤ ਰਾਏ ਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਤਾਬ ਲਿਖਣਾ ਕੀਤੀ ਹੈ। ਜੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨੇ ਨਾ, ਤੇ ਦੇਖੋ ਇੱਕ ਆਰੀਆ ਸਮਾਜ ਦਾ ਪ੍ਰਚਾਰਕ, ਵੱਡਾ ਵਿਦਵਾਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਸਲਾਹ ਲਿਖਦਾ ਹੈ। ਸੋ ਗੁਰੂ ਸਵਾਰੇ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਰੋਬਰਤਾ ਕੋਈ ਨਹੀਂ ਕਰ ਸਕਦਾ। ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਬਹਿ ਕਮ ਹੈ। ਸਤਿਗੁਰੂ ਮਹਾਰਾਜ ਦੀ ਵਡਿਆਈ ਨਹੀਂ ਕੋਈ ਕਰ ਸਕਦਾ, ਸਤਿਗੁਰੂ ਜੀ ਦੀ ਸੋਭਾ ਕਹਿਣ ਕਥਨ ਤੋਂ ਪਰੇ ਹੈ। ਸੋ ਗੁਰੂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਇਹ ਨਾਮ ਰੂਪੀ ਧਨ ਜਿਹੜਾ ਹੈ ਜੀਵ ਤੇਰੇ ਅੰਦਰ ਹੈ, ਪਰ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਕੋਈ ਵੇਲਾ ਇਸ ਗੱਲ ਨੂੰ ਬੁੱਝ ਸਕਦਾ ਹੈ। ਜਿਹੜਾ ਗੁਰਮੁਖ ਹੋਵੇ ਸੋ ਧਨ ਪਾਏ। ਕੋਈ ਗੁਰਮੁਖ ਹੋਵੇ ਨਾ ਜਿਹਦੇ ਉੱਤੇ ਗੁਰੂ ਦੀ ਕਿਰਪਾ, ਜਿਹਦਾ ਮੁਖ ਗੁਰੂ ਬਲ ਹੋਵੇ, ਉਹ ਇਸ ਨਾਮ ਰੂਪੀ ਧਨ ਨੂੰ ਪ੍ਰਾਪਤ ਕਰ ਲੈਂਦਾ ਹੈ। ਸਦ ਹੀ ਨਾਮ ਨਿਵਾਸੀ ਹੈ ਸਦੀਵੀ ਕਾਲੀ। ਉਹਨਾਂ ਗੁਰਮੁਖਾਂ ਦੇ ਅੰਦਰ ਫਿਰ ਇਹ ਨਾਮ ਦਾ ਵਾਸਾ ਹੁੰਦਾ ਹੈ। ਅਨਲ ਬਾਓ ਭਰਮ ਭੁਲਾਈ, ਮਾਇਆ ਮੋਹੇ ਸੁਧ ਨ ਕਾਈ। ਅਨਲ ਬਾਓ ਭਰਮ ਭੁਲਾਈ, ਮਾਇਆ ਮੋਹੇ ਸੁਧ ਨ ਕਾਈ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਗਲਾ ਸਵਾਲ ਕੀਤਾ ਜਗਿਆਸੂ ਜਨਾਂ ਨੇ। ਕਹਿਣ ਲੱਗੇ ਪਾਤਸ਼ਾਹ ਜੀ ਫਿਰ ਇਹ ਕਿਰਪਾ ਕਰਕੇ ਦੱਸੋ, ਇਹ ਨਾਮ ਰੂਪੀ ਧਨ ਫਿਰ ਜੀਵ ਦੇ ਅੰਦਰ ਕਿਉਂ ਨਹੀਂ ਟਿਕਦਾ? ਹੈ ਅੰਦਰ ਹੀ ਹੈ, ਪ੍ਰਗਟ ਕਿਉਂ ਨਹੀਂ ਕਰ ਸਕਦਾ ਹੈ? ਸਤਿਗੁਰੂ ਕਹਿੰਦੇ ਜੀਵ ਭਰਮ ਵਿੱਚ ਭੁੱਲਿਆ ਫਿਰਦਾ ਹੈ। ਸਤਿਗੁਰੂ ਭਰਮ ਕਿਵੇਂ ਹੈ, ਕਿਸ ਤਰ੍ਹਾਂ ਦਾ ਹੈ? ਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਤੇਜੀ ਦੀ ਹਵਾ ਚੱਲਦੀ ਹੈ, ਤੂਫਾਨ ਚੱਲਿਆ, ਹਵਾ ਚੱਲਣ ਦੇ ਨਾਲ ਨਦੀ ਦੇ ਵਿੱਚ, ਸਮੁੰਦਰ ਦੇ ਵਿੱਚ ਤਰੰਗਾਂ ਪੈਦਾ ਹੋ ਜਾਂਦੀਆਂ ਨੇ। ਉਹਨਾਂ ਤਰੰਗਾਂ ਨੂੰ ਦੇਖ ਕੇ ਆਪਾਂ ਕਹਿੰਦੇ ਨੇ ਇਹ ਦੇਖੋ ਸਮੁੰਦਰ ਦੀਆਂ ਲਹਿਰਾਂ, ਲਹਿਰਾਂ ਉਤਪੰਨ ਹੋ ਗਈਆਂ, ਲਹਿਰਾਂ ਪੈਦਾ ਹੋ ਗਈਆਂ, ਤਰੰਗਾਂ ਪੈਦਾ ਹੋ ਗਈਆਂ। ਜੀਵ ਉਹਨਾਂ ਤਰੰਗਾਂ ਨੂੰ ਵੱਖਰਾ ਜਾਣਦਾ,
ਪਰ ਜਦੋਂ ਗੁਰੂ ਸਵਾਰਿਓ ਉਹੀ ਤਰੰਗਾਂ ਹਵਾ ਸ਼ਾਂਤ ਹੁੰਦੀ ਹੈ, ਉਹੀ ਤਰੰਗਾਂ ਫਿਰ ਪਾਣੀ ਦਾ ਰੂਪ ਬਣ ਜਾਂਦੀਆਂ, ਉਹ ਸਮੁੰਦਰ ਦਾ ਰੂਪ ਬਣ ਜਾਂਦੀਆਂ ਹਨ। ਅਤੇ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਹੀ ਸੰਸਾਰ ਵਿੱਚ ਆ ਕੇ ਜੀਵ ਅਤੇ ਈਸ਼ ਦੇ ਵਿੱਚ ਕੋਈ ਫਰਕ ਨਹੀਂ ਹੈ। ਪਰਮਾਤਮਾ ਨੇ ਆਪਣੀ ਅੰਸ਼ ਪੈਦਾ ਕੀਤੀ ਸੰਸਾਰ ਵਿੱਚ, ਪਰ ਜੀਵ ਦੇ ਅੰਦਰ ਮਾਇਆ ਦਾ ਐਸਾ ਪ੍ਰਭਾਵ ਪੈਂਦਾ ਹੈ ਕਿ ਜੀਵ ਭਰਮ ਵਿੱਚ ਫਸ ਜਾਂਦਾ ਅਤੇ ਆਪਣੇ ਆਪ ਨੂੰ ਪਰਮਾਤਮਾ ਤੋਂ ਵੱਖਰਾ ਜਾਣਦਾ। ਮੈਂ ਪੁਣਾ ਜੀਵ ਦੇ ਅੰਦਰ ਆਉਂਦਾ ਇਸ ਮਾਇਆ ਕਰਕੇ ਹੀ, ਅਤੇ ਸਾਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਜਵਾਨੀ ਤੱਕ, ਬੁਢਾਪੇ ਤੱਕ ਇਹ ਭਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਹੈ। ਤੇ ਸਤਿਗੁਰੂ ਕਹਿੰਦੇ ਮਾਇਆ ਮੋਹੇ ਸੁਧ ਨਾ ਕਾਈ, ਮਾਇਆ ਦਾ ਮੋਹ ਹੋਣ ਕਰਕੇ ਜੀਵ ਨੂੰ ਕਿਸੇ ਪ੍ਰਕਾਰ ਦੀ ਸੁੱਧ ਖਬਰ ਨਹੀਂ ਹੈ, ਸੋਝੀ ਨਹੀਂ ਹੈ, ਕਿਉਂਕਿ ਮਾਇਆ ਦਾ ਮੋਹ ਹੈ ਹੀ ਐਸਾ। ਗੁਰੂ ਸਰ ਵੱਡੇ ਵੱਡਿਆਂ ਨੇ ਇਸ ਵੱਡੇ ਵੱਡਿਆਂ ਨੂੰ ਇਸ ਮਾਇਆ ਦੇ ਮੋਹ 'ਚ ਗਲਤਾਨ ਕਰ ਲਿਆ। ਦੇਖੋ, ਪਰ ਇੱਕ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਐਸੇ ਨੇ ਜਿਨ੍ਹਾਂ ਨੇ ਗੁਰੂ ਸਾਹਿਓ ਸਾਨੂੰ ਦੱਸਿਆ ਕਿ ਮੋਹ ਕਿਵੇਂ ਤਿਆਗਣਾ। ਜੇ ਆਪਾਂ ਗੱਲ ਕਰੀਏ ਨਾ ਸਤਿਗੁਰੂ ਜੀ ਦਾ ਬਚਪਨ ਦੀ ਆਪਾਂ ਗੱਲ ਕਰੀਏ, ਬਚਪਨ ਦੇ ਵਿੱਚ ਮਾਤਾ ਜੀ ਸਤਿਗੁਰਾਂ ਦੇ ਕਰ ਕਮਲਾਂ ਵਿੱਚ ਕੰਗਣ ਪਹਿਨਾਉਂਦੇ ਹਨ, ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਬੱਚਿਆਂ ਨਾਲ ਖੇਡਦੇ, ਹਾਣੀਆਂ ਨਾਲ ਖੇਡਦੇ ਨੇ, ਕੰਗਣ ਨੂੰ ਵਗਾ ਕੇ ਨਦੀ ਸੁੱਟ ਦਿੰਦੇ ਨੇ। ਘਰ 'ਚ ਸ਼ਿਕਾਇਤ ਪਹੁੰਚਦੀ ਹੈ ਕਿ ਦੇਖੋ ਜੀ ਸਾਹਿਬਜ਼ਾਦੇ ਨੇ ਕੀਮਤੀ ਕੰਗਣ ਨਦੀ ਵਿੱਚ ਸੁੱਟ ਦਿੱਤਾ ਹੈ। ਅਤੇ ਮਾਤਾ ਜੀ ਪੁੱਛਦੇ ਲਾਲ ਨੂੰ ਕਿ ਲਾਲ ਕੰਗਣ ਕਿੱਥੇ ਹੈ? ਅਤੇ ਕਹਿੰਦੇ ਨੇ ਉਸ ਸਮੇਂ ਮਾਤਾ ਜੀ ਦਾ ਹੱਥ ਪਕੜਿਆ ਨਦੀ ਦੇ ਕਿਨਾਰੇ 'ਤੇ, ਗੰਗਾ ਦੇ ਕਿਨਾਰੇ 'ਤੇ, ਦੂਜਾ ਕੰਗਣ ਵੀ ਵਗਾ ਕੇ ਮਾਰਿਆ। ਕਹਿਣ ਲੱਗੇ ਮਾਤਾ ਜੀ ਇੱਥੇ ਸੁੱਟਿਆ ਹੈ। ਇਹ ਬਚਪਨ ਦੀ ਘਟਨਾ। ਦੇਖੋ ਤਿਆਗ ਕਿੱਡਾ, ਮਾਇਆ ਦਾ ਤਿਆਗੀ ਕਿੱਡੇ ਨੇ। ਫਿਰ ਆਪਾਂ ਆਨੰਦਪੁਰ ਸਾਹਿਬ ਦੀ ਗੱਲ ਕਰੀਏ। ਆਨੰਦਪੁਰ ਸਾਹਿਬ ਵਿਖੇ ਇੱਕ ਦਿਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਰਾ ਖਜ਼ਾਨਾ ਤੋਸ਼ੇਖਾਨੇ 'ਚ ਕਢਾਇਆ। ਤੋਸ਼ੇਖਾਨੇ 'ਚੋਂ ਖਜ਼ਾਨਾ ਕਢਾਇਆ ਅਤੇ ਢੇਰ ਲੱਗ ਗਿਆ ਸੋਨਾ, ਚਾਂਦੀ, ਕੀਮਤਨ ਹੋਰ ਹੀਰੇ ਜਵਾਹਰਤ, ਬਹੁਤ ਸਾਰਾ ਭੰਡਾਰੇ ਪਏ ਹੋਏ ਨੇ, ਵੱਡਾ ਢੇਰ ਲੱਗ ਗਿਆ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਸਿੰਘਾਂ ਨੂੰ ਹੁਕਮ ਕਰ ਦਿੱਤਾ, ਕਹਿਣ ਲੱਗੇ ਸਤਲੁਜ ਦਰਿਆ ਦੇ ਵਿੱਚ ਇਹ ਸਾਰਾ ਖਜ਼ਾਨਾ ਸੁੱਟ ਕੇ ਆਓ। ਜੋ ਸਿੰਘ ਦੇਖ ਸੁਣ ਕੇ ਹੈਰਾਨ ਹੋ ਗਏ ਕਿ ਖਜ਼ਾਨੇ ਦੇ ਖਾਤਰ ਲੋਕ ਜੰਗ ਯੁੱਧ ਕਰਦੇ ਨੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨਦੀ ਵੀ ਸੁੱਟ ਕੇ ਆਣਾ ਕਰੋ। ਕਈਆਂ ਨੇ ਜਾ ਕੇ ਕਹਿੰਦੇ ਮਸੰਦਾਂ ਨੇ ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਵੀ ਕੀਤੀ ਸੀ, ਮਾਤਾ ਗੁਜਰ ਕੌਰ ਜੀ ਦੇ ਕੋਲ, ਕਿ ਮਾਤਾ ਜੀ ਦੇਖੋ ਤੁਹਾਡਾ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨਾ ਕੀਮਤੀ ਖਜ਼ਾਨਾ ਨਦੀ ਵਿੱਚ ਸੁੱਟ ਰਹੇ ਨੇ। ਕਹਿੰਦੇ ਨੇ ਉਸ ਸਮੇਂ ਮਾਤਾ ਜੀ ਨੇ ਫਿਰ ਜਦੋਂ ਸਤਿਗੁਰੂ ਮਹਾਰਾਜ ਦੇ ਕੋਲ ਆਏ, ਮਾਤਾ ਜੀ ਨੇ ਸਮਝਾਇਆ, ਲਾਲ ਜੀ, ਪੁੱਤਰ ਜੀ, ਤੁਹਾਡੇ ਸਿੱਖ ਲੋੜਵੰਦ ਨੇ, ਗਰੀਬ ਨੇ, ਇਹ ਖਜ਼ਾਨਾ ਤੁਸੀਂ ਗਰੀਬਾਂ ਦੇ ਵਿੱਚ ਵੰਡਣਾ, ਸਿੱਖਾਂ ਦੇ ਵਿੱਚ ਵੰਡਣਾ ਕਰੋ ਤਾਂ ਕਿ ਉਹਨਾਂ ਨੂੰ ਅਮੀਰੀ ਪ੍ਰਾਪਤ ਹੋ ਜਾਵੇ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਾਤਾ ਜੀ, ਮੈਂ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਕਿਵੇਂ ਜ਼ਹਿਰ ਦੇ ਦਿਆਂ? ਮੇਰੇ ਸਿੰਘ ਜਿਹੜੇ ਨੇ ਮੇਰੇ ਬੱਚੇ ਨੇ, ਮੇਰੇ ਪੁੱਤਰ ਹਨ। ਕੋਈ ਵੀ ਮਾਤਾ ਪਿਤਾ ਇਹ ਨਹੀਂ ਸੋਚਦਾ ਕਿ ਬੱਚਿਆਂ ਨੂੰ ਜ਼ਹਿਰ ਦੇ ਦੇਈਏ। ਖਜ਼ਾਨਾ ਸੁੱਟਿਆ। ਉੱਧਰ ਗੁਰੂ ਸਵਾਰਿਓ ਭੀਮ ਚੰਦ ਜਿਹੜੇ ਸੂਹੇ ਸਨ, ਉਹਨਾਂ ਨੇ ਦੇਖਿਆ, ਉਹਨਾਂ ਨੇ ਖਬਰ ਪਹੁੰਚਾਈ ਹੈ ਰਾਜਾ ਭੀਮ ਚੰਦ ਤੱਕ ਕਿ ਦੇਖੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਖਜ਼ਾਨਾ ਨਦੀ ਵਿੱਚ ਸੁੱਟ ਦਿੱਤਾ ਹੈ।
ਤੇ ਭੀਮ ਚੰਦ ਨੇ ਰਾਤੋਂ ਰਾਤ ਆਪਣੇ ਆਦਮੀ ਲਿਆਂਦੇ। ਸਾਰੀ ਜਿਹੜੀ ਸਤਲੁਜ ਦਰਿਆ ਸੀ ਨਾ, ਨਦੀ ਸੀ, ਜਿੱਥੇ ਖਜ਼ਾਨਾ ਸੁੱਟਿਆ ਸੀ, ਉਹ ਧਰਤੀ ਨੂੰ ਪੁੱਟ ਕੇ ਬਹੁਤ ਸਾਰੀ ਅੰਦਰੋਂ ਗਾਰ ਕੱਢਣਾ ਕੀਤੀ ਤਾਂ ਕਿ ਖਜ਼ਾਨਾ ਮਿਲ ਜਾ। ਸਾਰੀ ਰਾਤ ਲੱਗੇ ਰਹੇ ਪਰ ਗੁਰੂ ਸਰੇ ਖਜ਼ਾਨਾ ਨਹੀਂ ਲੱਭਿਆ। ਇਹ ਅਨੰਦਪੁਰ ਸਾਹਿਬ ਦੀ ਘਟਨਾ। ਫਿਰ ਆਪਾਂ ਆਈਏ ਹਜੂਰ ਸਾਹਿਬ ਦੀ ਧਰਤੀ ਤੇ। ਹਜੂਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਨੂੰ ਬਹਾਦਰ ਸ਼ਾਹ ਇੱਕ ਨਗੀਨਾ ਕੇ ਭੇਟ ਕਰਦਾ ਹੈ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ, ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਤਾਰਾ ਆਜਮ ਦਾ ਭਰਾ ਸੀ, ਉਹਨੂੰ ਸਤਿਗੁਰੂ ਨੇ ਖਤਮ ਕੀਤਾ ਸੀ, ਜਿਸ ਕਰਕੇ ਬਹਾਦਰ ਸ਼ਾਹ ਨੂੰ ਰਾਜ ਭਾਗ ਦਵਾਇਆ ਸੀ। ਤੇ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੰਨਵਾਦ ਸ਼ੁਕਰਾਨਾ ਕਰਨ ਹਿੱਤ ਇੱਕ ਬੜਾ ਕੀਮਤੀ ਹੀਰਾ ਲੈ ਕੇ ਸਤਿਗੁਰ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ। ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਜਦੋਂ ਹੀਰਾ ਅੱਗੇ ਰੱਖਿਆ ਨਾ ਸਤਿਗੁਰ ਚਰਨਾਂ ਵਿੱਚ, ਸਤਿਗੁਰੂ ਗੋਦਾਵਰੀ ਦੇ ਕਿਨਾਰੇ ਤੇ ਬੈਠੇ ਹੋਏ ਨੇ। ਕਲਗੀਆਂ ਵਾਲੇ ਪਾਤਸ਼ਾਹ ਹੀਰਾ ਪਕੜਿਆ ਤੇ ਵਗਾ ਕੇ ਨਦੀ ਸੁੱਟ ਦਿੱਤਾ। ਬਹਾਦਰ ਸ਼ਾਹ ਸੋਚਦਾ ਕਿ ਦੇਖੋ ਇੰਨੀ ਜੰਗ ਯੁੱਧ ਕਰਕੇ ਪਤਾ ਨਹੀਂ ਕਿੰਨੀ ਸੈਨਾ ਮਰਾਣਾ ਕੀਤੀ ਹੈ, ਫਿਰ ਇਹ ਹੀਰਾ ਸਾਡੇ ਹੱਥ ਵਿੱਚ ਲੱਗਿਆ। ਇੰਨੀ ਮਿਹਨਤ ਮੁਸ਼ੱਕਤ ਕੀਤੀ ਤੇ ਗੁਰੂ ਕਿਹੋ ਜਿਹਾ, ਗੁਰੂ ਨੂੰ ਖੀਰਿਆਂ ਦੀ ਕੋਈ ਕਦਰ ਹੀ ਨਹੀਂ ਹੈਗੀ। ਨਦੀ ਸੁੱਟ ਦਿੱਤਾ, ਹੁਣ ਨਦੀ 'ਚੋਂ ਕਿਵੇਂ ਲੱਭਾਂਗੇ। ਕਹਿੰਦੇ ਨੇ ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਅੰਤਰਜਾਮੀ ਹਨ, ਸਤਿਗੁਰੂ ਤੋਂ ਕੀ ਛੁਪਿਆ। ਸਤਿਗੁਰੂ ਕਹਿਣ ਲੱਗੇ, ਬਹਾਦਰ ਸ਼ਾਹ ਗੋਦਾਵਰੀ ਦੇ ਕਿਨਾਰੇ ਤੇ ਜਾ ਕੇ ਖਲੋ, ਜਿਹੜਾ ਤੇਰਾ ਹੀਰਾ ਉਹਨੂੰ ਪਹਿਚਾਣ ਕੇ ਚੁੱਕ ਕੇ ਲੈ ਕੇ ਆ। ਜਦੋਂ ਹੁਣ ਗੋਦਾਵਰੀ ਦੇ ਕਿਨਾਰੇ ਜਾ ਕੇ ਖਲੋਤਾ ਤੇ ਗੁਰੂ ਸਰ ਕੀ ਦੇਖਦਾ, ਉੱਥੇ ਹਜ਼ਾਰਾਂ ਹੀ ਹੀਰੇ ਪਏ ਹੋਏ ਨੇ। ਦੇਖ ਕੇ ਹੈਰਾਨ ਹੋ ਗਿਆ ਤੇ ਕਲਗੀਆਂ ਵਾਲੇ ਪਾਤਸ਼ਾਹ ਚਰਨਾਂ ਡਿੱਗ ਪਿਆ ਸੀ। ਸੋ ਗੁਰੂ ਸਰ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਦਾ ਤਿਆਗ ਦੇਖੋ ਕਿੱਡਾ ਵੱਡਾ ਤਿਆਗ ਹੈ। ਜੇ ਆਪਾਂ ਅਨੰਦਪੁਰ ਸਾਹਿਬ ਦੀ ਗੱਲ ਕਰੀਏ, ਪਰਮੇਸ਼ਰ ਨੇ ਦੇਖੋ ਇਹ ਸੰਸਾਰ ਬਣਾਇਆ। ਸੰਸਾਰ ਬਣਾ ਕੇ ਪਰਮੇਸ਼ਰ ਆਪ ਹੀ ਵਸਾਉਂਦਾ ਤੇ ਆਪ ਹੀ ਪਰਮੇਸ਼ਰ ਖਤਮ ਕਰਦਾ ਹੈ। ਹੁਣ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਸਿਰਜਣਾ ਕੀਤੀ ਹੈ ਤੇ ਬੜਾ ਪ੍ਰੇਮ ਸੀ ਸਤਿਗੁਰੂ ਦੇ ਅਨੰਦਪੁਰ ਸਾਹਿਬ ਨਗਰ ਦੇ ਨਾਲ। ਤੇ ਜਦੋਂ ਪਹਿਲਾਂ ਉਸਾਰਿਆ, ਉੱਥੇ ਲੋਕ ਬਾਹਰੋਂ ਸੱਦ ਕੇ ਉੱਥੇ ਲੋਕਾਂ ਦੇ ਘਰ ਬਣਾਏ, ਦੁਕਾਨਾਂ ਬਣਾਈਆਂ, ਉਹਨੂੰ ਰੁਜ਼ਗਾਰ ਦੇਣਾ ਕੀਤਾ, ਬੜੀਆਂ ਖੇਡਾਂ ਖੇਡੀਆਂ ਨੇ। ਬਹੁਤ ਲੰਮਾ ਸਮਾਂ ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ। ਪਰ ਜਦੋਂ ਛੱਡਿਆ ਨਾ, ਜਿਵੇਂ ਪਰਮੇਸ਼ਰ ਵਾਹਿਗੁਰੂ ਛਿਣ ਮਾਤਰ ਵਿੱਚ ਸਭ ਕੁਝ ਛੱਡ ਦਿੰਦਾ ਏ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਵਾਰੀ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਤੇ ਦੁਬਾਰਾ ਫਿਰ ਸਤਿਗੁਰੂ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਸ ਨਹੀਂ ਆਏ। ਆਪਾਂ ਆਪਣੇ ਘਰ ਉਸਾਰਦੇ ਹਾਂ, ਘਰ ਸਾਡੇ ਬਣ ਗਏ, ਸਾਨੂੰ ਕਿਸੇ ਕਾਰਨ ਕਰਕੇ ਵਿਦੇਸ਼ ਜਾਣਾ ਪਿਆ, ਦੇਸ਼ਾਂ ਵਿਦੇਸ਼ਾਂ ਦੀ ਧਰਤੀ ਉੱਤੇ ਆਪਾਂ ਵਿਚਰੇ, ਮਜਬੂਰੀ ਬਸ ਹੋਣ ਕਰਕੇ 5 ਸਾਲ 10 ਸਾਲ ਬਾਅਦ ਆਪਾਂ ਫੇਰ ਆਉਂਦੇ ਆ ਕਿ ਆਪਣਾ ਸਾਡਾ ਘਰ ਹੈ, ਸਾਡਾ ਨਗਰ ਹੈ, ਇਹ ਸਾਡਾ ਪਿੰਡ ਹੈ, ਅਸੀਂ ਆਪਣੇ ਪਿੰਡ ਜਾਣਾ ਹੈ। ਪਰ ਦੇਖੋ ਗੁਰੂ ਸਵਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਇੱਕ ਵਾਰੀ ਛੱਡ ਦਿੱਤਾ ਤੇ ਦੁਬਾਰਾ ਸਤਿਗੁਰੂ ਮਹਾਰਾਜ ਫਿਰ ਨਹੀਂ ਆਏ ਸਰੀਰਕ ਤੌਰ 'ਤੇ। ਹਾਲਾਂਕਿ ਆਤਮਿਕ ਤੌਰ 'ਤੇ ਸਤਿਗੁਰੂ ਜਿੱਥੇ ਜਿੱਥੇ ਸਤਿਗੁਰ ਦੇ ਸਥਾਨ ਬਣੇ ਹੋਏ ਨੇ, ਜਿੱਥੇ ਜਿੱਥੇ ਪਾਤਸ਼ਾਹ ਨੇ ਮੁਬਾਰਕ ਚਰਨ ਪਾਏ ਨੇ, ਖੇਡਾਂ ਖੇਡੀਆਂ ਨੇ, ਕੌਤਕ ਕੀਤੇ ਨੇ, ਆਤਮਿਕ ਤੌਰ 'ਤੇ ਪਾਤਸ਼ਾਹ ਉੱਥੇ ਹਾਜ਼ਰ ਨਾਜ਼ਰ ਨੇ। ਹੁਣ ਇਸ ਸਥਾਨ 'ਤੇ ਬੈਠਿਆਂ ਇੱਥੇ ਵੀ ਗੁਰੂ ਕਲਗੀਧਰ ਪਾਤਸ਼ਾਹ ਆਤਮਿਕ ਤੌਰ 'ਤੇ ਹਾਜ਼ਰ ਨਾਜ਼ਰ ਨੇ, ਪਰ ਸਰੀਰਕ ਤੌਰ 'ਤੇ ਸਤਿਗੁਰੂ ਜਦੋਂ ਚਲੇ ਗਏ ਫਿਰ ਦੁਬਾਰਾ ਨਹੀਂ ਆਏ। ਸੋ ਸਤਿਗੁਰ ਦਾ ਇਹ ਵੱਡਾ ਤਿਆਗ ਸੀ, ਸਤਿਗੁਰੂ ਤਿਆਗੀ ਸੀ। ਸਿੱਖਾਂ ਨੂੰ ਸਤਿਗੁਰੂ ਸਮਝਾਇਆ ਕਿ ਇਸ ਤਰ੍ਹਾਂ ਦਾ ਤਿਆਗ ਧਾਰਨ ਕਰਨਾ ਹੈ। ਮਾਇਆ ਕਮਾਣੀ ਹੈ, ਮਾਇਆ ਸਾਡੀ ਗੁਜਰਾਨ ਹੈ,
ਮਾਇਆ ਦੇ ਰਾਹੀਂ ਸਾਡੇ ਕਾਰ ਵਿਹਾਰ ਹੋਣੇ ਨੇ, ਪਰ ਮਾਇਆ ਦੀ ਪਕੜ ਵਿੱਚ ਨਹੀਂ ਆਉਣਾ। ਮਾਇਆ ਪ੍ਰਾਪਤ ਕਰਕੇ ਉਸ ਕਰਤੇ ਨੂੰ ਚੇਤੇ ਰੱਖਣਾ, ਕਰਤੇ ਦੀ ਇਬਾਦਤ ਕਰਨੀ ਅਸਲ ਵਿੱਚ। ਪਰ ਸਤਿਗੁਰੂ ਇੱਥੇ ਮਨਮੁਖ ਜੀਵ ਦੀ ਗੱਲ ਕਰਦੇ ਨੇ, ਕਹਿੰਦੇ ਮਾਇਆ ਮੋਹੇ ਸੁਧ ਨਾ ਕਾਈ। ਜੀਵ ਨੂੰ ਮਾਇਆ ਦਾ ਮੋਹ ਚਿੰਬੜਿਆ ਹੋਇਆ, ਮਾਇਆ ਦਾ ਮੋਹ ਚਿੰਬੜਨ ਕਰਕੇ ਕਹਿੰਦੇ ਇਹਨੂੰ ਕਿਸੇ ਪ੍ਰਕਾਰ ਦੀ ਸੁਧ ਨਹੀਂ ਹੈ, ਖਬਰ ਨਹੀਂ ਹੈ। ਇਸੇ ਤਰ੍ਹਾਂ ਹੀ ਇਹ ਭਟਕਣਾ ਵਿੱਚ ਫਸਿਆ ਫਿਰਦਾ ਹੈ। ਮਨਮੁਖ ਅੰਧੇ ਕਿਛੂ ਨਾ ਸੂਝੈ, ਗੁਰਮਤਿ ਨਾਮ ਪਰਗਾਸੀ ਹੈ। ਅਗਲੀ ਪੰਕਤੀ 'ਚ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਮਨਮੁਖ ਅੰਧੇ, ਮਨਮੁਖ ਜੀਵ ਅੰਧਲੇ ਹਨ। ਅੰਧਲੇ ਆਮ ਤੌਰ 'ਤੇ ਉਸ ਮਨੁੱਖ ਨੂੰ ਆਖ ਜਿਹਦੇ ਕੋਲ ਲਾਈਟ ਨਾ ਹੋਵੇ, ਨੇਤਰ ਜਿਹਦੇ ਕੰਮ ਨਾ ਕਰਦੇ ਹੋਣ। ਪਰ ਸਤਿਗੁਰੂ ਕਹਿੰਦਾ ਮਨਮੁਖ ਜੀਵ ਅੰਧਲਾ ਹੈ। ਕਿਉਂ ਅੰਧਲਾ ਹੈ? ਕਿਉਂਕਿ ਉਹ ਤਾਂ ਸਾਰੇ ਸੰਸਾਰ ਨੂੰ ਦੇਖ ਰਿਹਾ ਹੈ। ਜੋ ਕੁਝ ਵੀ ਉਹ ਕਾਰਜ ਕਰਦਾ, ਕੰਮ ਕਰਦਾ ਹੈ, ਆਪਣੇ ਨੇਤਰਾਂ ਨਾਲ ਦੇਖ ਕੇ ਕਰਦਾ। ਫਿਰ ਮਨਮੁਖ ਅੰਧਲਾ ਕਿਵੇਂ ਹੋ ਗਿਆ? ਤੇ ਸਤਿਗੁਰੂ ਕਹਿੰਦੇ ਉਹਦੇ ਕੋਲ ਵਿਚਾਰ ਰੂਪੀ ਨੇਤਰ ਨਹੀਂ ਹਨ, ਗਿਆਨ ਰੂਪੀ ਨੇਤਰ ਨਹੀਂ ਹਨ। ਉਹਦੇ ਨੇਤਰ ਤਾਂ ਹੈ, ਪਰ ਨੇਤਰਾਂ ਦੇ ਵਿੱਚ ਭਰਮ ਦੇ ਫੋਲੇ ਪਏ ਹੋਏ ਨੇ। ਨੇਤਰ ਤਾਂ ਹੈ, ਭਰਮ ਦੇ ਫੋਲੇ ਪਏ ਹੋਣ ਕਰਕੇ ਇਸ ਜੀਵ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਜਿਵੇਂ ਆਪਾਂ ਸਕੂਟਰ ਉੱਤੇ, ਮੋਟਰਸਾਈਕਲ ਉੱਤੇ ਸਫ਼ਰ ਕਰ ਰਹੇ ਹਾਂ, ਝੱਖੜ ਚੱਲਿਆ, ਮਿੱਟੀ ਉੱਡ ਕੇ ਆਈ ਤੇ ਸਾਡੇ ਨੇਤਰਾਂ 'ਚ ਪੈ ਗਈ ਤੇ ਦੇਖਣੋਂ ਬੰਦ ਹੋ ਗਿਆ। ਆਪਾਂ ਕੀ ਕਰਾਂਗੇ? ਆਪਣੇ ਨੇਤਰ ਬੰਦ, ਖਲੋ ਜਾਵਾਂਗੇ। ਇਸੇ ਤਰ੍ਹਾਂ ਹੀ ਗੁਰੂ ਸਵਾਰੇ ਜਿਹੜੇ ਅੰਤਰੀਵ ਨੇਤਰ ਨੇ ਨਾ, ਅੰਤਰੀਵ ਨੇਤਰਾਂ ਦੇ ਵਿੱਚ ਭਰਮ ਦੇ ਫੋਲੇ ਪਏ ਹੋਏ, ਜੀਵ ਨੂੰ ਕੁਝ ਸੁਝਦਾ ਨਹੀਂ, ਦਿਖਾਈ ਨਹੀਂ ਦੇ ਰਿਹਾ ਹੈ। ਤੇ ਸਤਿਗੁਰੂ ਇੱਥੇ ਉਹਨਾਂ ਜੀਵਾਂ ਦੀ ਗੱਲ, ਮਨਮੁਖ ਅੰਧੇ ਸੁਧ ਨਾ ਕਾਈ। ਮਨਮੁਖ ਜੀਵ ਅੰਧਲੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਹੈ, ਉਹਨੂੰ ਕੁਝ ਵੀ ਸੁਝਦਾ ਨਹੀਂ ਹੈ। ਗੁਰਮਤਿ ਨਾਮ ਪਰਗਾਸੀ ਹੈ। ਪਰ ਜਦੋਂ ਇਹੀ ਮਨਮੁਖ ਜੀਵ ਗੁਰਮਤਿ ਦਾ ਧਾਰਨੀ ਬਣ ਜਾਵੇ, ਗੁਰੂ ਵਾਲਾ ਬਣ ਜਾਵੇ, ਤੇ ਫਿਰ ਗੁਰੂ ਸਵਾਰਿਓ ਅਭਿਆਸ, ਨਾਮ ਬਾਣੀ ਦਾ ਅਭਿਆਸ ਸ਼ੁਰੂ ਕਰ ਦੇਵੇ ਨਾ, ਜਿਉਂ-ਜਿਉਂ ਅਭਿਆਸ ਕਰਦਾ ਜਾਵੇਗਾ, ਤਿਉਂ-ਤਿਉਂ ਇਹਦੇ ਨੇਤਰਾਂ ਵਿੱਚੋਂ ਭਰਮ ਦੇ ਫੋਲੇ ਨਿਕਲਦੇ ਜਾਣਗੇ ਤੇ ਇਸ ਜੀਵ ਦੇ ਅੰਦਰ ਫਿਰ ਨਾਮ ਦਾ ਪ੍ਰਗਾਸ਼ ਹੋ ਜਾਵੇਗਾ। ਮਨਮੁੱਖਾਂ ਨੂੰ ਸਤਿਗੁਰੂ ਗੁਰਮੁਖ ਬਣਾ ਦਿੰਦੇ ਨੇ, ਪਰ ਕਈ ਵਾਰੀ ਐਸਾ ਹੁੰਦਾ ਜਿਹੜੇ ਗੁਰਮੁਖ ਜਨ ਹੁੰਦੇ ਨੇ, ਤੇ ਕਈ ਵਾਰੀ ਜੇ ਉਹ ਮਾਣ ਕਰੇ, ਹੰਕਾਰ ਕਰੇ, ਉਹਨਾਂ ਪਾਸੋਂ ਉਹਨਾਂ ਨੂੰ ਫਿਰ ਮਨਮੁੱਖਾਂ ਵਾਲੇ ਗੁਣ ਉਹਨਾਂ ਦੇ ਅੰਦਰ ਪੈਦਾ ਵੀ ਕਰ ਦਿੰਦੇ ਨੇ। ਇਹ ਗੁਰੂ ਦੀਆਂ ਖੇਡਾਂ, ਪਰਮੇਸ਼ਰ ਦੀਆਂ ਖੇਡਾਂ ਹਨ। ਪਰ ਇੱਥੇ ਸਤਿਗੁਰੂ ਕਹਿੰਦੇ ਮਨਮੁੱਖਾਂ ਦਾ ਕੋਈ ਸੁਝਦਾ ਨਹੀਂ ਹੈ। ਜਿਹੜੇ ਗੁਰਮੁਖ ਜਨ ਹਨ, ਜਿਹੜੇ ਗੁਰਮਤਿ ਦੇ ਧਾਰਨੀ ਹਨ, ਉਹਨਾਂ ਦੇ ਅੰਦਰ ਨਾਮ ਦਾ ਪ੍ਰਕਾਸ਼ ਹੁੰਦਾ ਹੈ। ਮਨਮੁਖ ਹੋਮੈ ਮਾਇਆ ਸੂਤੇ, ਆਪਣਾ ਘਰ ਨਾ ਸੰਭਾਲਹਿ ਅੰਤ ਬਿਗੂਤੇ। ਮਨਮੁਖ ਜੀਵ ਜਿਹੜਾ ਹੈ ਉਹ ਹੋਮੈ ਦੇ ਵਿੱਚ ਹੈ। ਹੋਮੈ ਮੈਂ ਹਾਂ। ਜਦੋਂ ਤੱਕ ਜੀਵ ਦੇ ਅੰਦਰ ਮੈਂ ਪੁਣਾ ਏ, ਉਦੋਂ ਤੱਕ ਜੀਵ ਨੂੰ ਗੁਰੂ ਸਵਾਰੇ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਬਸ ਪਰਮੇਸ਼ਰ ਤੇ ਜੀਵ ਦੇ ਅੰਦਰ ਇਹੀ ਮੈਂ ਖਲੋਤੀ ਹੋਈ ਹੈ। ਪਰਮੇਸ਼ਰ ਕਿਤੇ ਦੂਰ ਨਹੀਂ ਹੈ, ਗੁਰੂ ਕਿਤੇ ਦੂਰ ਨਹੀਂ ਹੈ। ਗੁਰੂ ਕੋਲ ਹੈ, ਪਰਮੇਸ਼ਰ ਕੋਲ ਹੈ, ਪਰ ਜੀਵ ਦੇ ਅੰਦਰ ਜਿਹੜੀ ਮੈਂ ਹੈ ਨਾ, ਮੈਂ ਕਰਕੇ ਹੀ ਪਰਮੇਸ਼ਰ ਜਿਹੜਾ ਕੋਹਾਂ ਦੂਰ ਹੈ। ਕਈ ਵਾਰੀ ਜਦੋਂ ਆਪਾਂ ਗੁਰੂ ਘਰ ਦੀ ਸੇਵਾ ਕਰੀਏ, ਸਿਮਰਨ ਕਰੀਏ, ਮਨੁੱਖ ਦੇ ਅੰਦਰ ਵੀ ਮੈਂ ਪੈਦਾ ਹੋ ਜਾਂਦੀ ਹੈ। ਭਾਈ ਲਾਲ ਚੰਦ ਦੀ ਆਪਾਂ ਸਾਖੀ ਪੜ੍ਹਦੇ ਹਾਂ ਨਾ, ਕਈ ਵਾਰੀ ਸਰਵਣ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਵਾਨ ਸਜੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ
ਇਹ ਲਾਲ ਚੰਦ ਕਿਸ ਨੇ ਲਾਲ ਸਿੰਘ ਲਿਖਣਾ ਕੀਤਾ ਹੈ। ਕਹਿੰਦੇ ਇੱਕ ਬੜਾ ਸੋਹਣਾ ਢਾਲ ਤਿਆਰ ਕੀਤਾ ਨਾ, ਬੜਾ ਲੋਹਾ ਲਾਇਆ, ਬੜੀ ਮਿਹਨਤ ਕੀਤੀ ਹੈ, ਬਸਤਰ 'ਚ ਲਪੇਟਿਆ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚ ਸਤਿਗੁਰੂ ਨੇ ਦੂਰੋਂ ਆਉਂਦਾ ਦੇਖ ਲਿਆ ਕਿ ਲਾਲ ਸਿੰਘ ਜਾਂ ਲਾਲ ਚੰਦ ਜਿਹੜਾ ਸਾਡੇ ਕੋਲ ਚੱਲ ਕੇ ਆ ਰਿਹਾ ਹੈ, ਅੱਜ ਦੀ ਚਾਲ ਵਿੱਚ ਫਰਕ ਹੈ। ਅੱਗੇ ਵੀ ਆਉਂਦਾ ਚੱਲ ਕੇ, ਅੱਗੇ ਚਾਲ ਕੁਝ ਹੋਰ ਸੀ, ਪਰ ਅੱਜ ਦੀ ਜਿਹੜੀ ਚਾਲ ਹੈ ਕੁਝ ਹੋਰ ਹੈ, ਫਰਕ ਹੈ। ਕਲਗੀਆਂ ਵਾਲੇ ਪਾਤਸ਼ਾਹ ਦੇ ਹਜ਼ੂਰੀ 'ਚ ਪਹੁੰਚ ਗਿਆ, ਕੋਲ ਆਇਆ, ਮੱਥਾ ਟੇਕਿਆ, ਤੇ ਉਹ ਜਿਹੜਾ ਬਸਤਰ 'ਚ ਲਪੇਟਿਆ ਹੋਇਆ ਢਾਲ ਸੀ ਨਾ, ਸਤਿਗੁਰੂ ਮਹਾਰਾਜ ਅੱਗੇ ਰੱਖ ਦਿੱਤਾ। ਸਤਿਗੁਰੂ ਕਹਿਣ ਲੱਗੇ, ਲਾਲ ਚੰਦ ਕੀ ਲੈ ਕੇ ਆਇਆ? ਸਤਿਗੁਰੂ ਜੀ ਤੁਹਾਡੇ ਲਈ ਇੱਕ ਢਾਲ ਲੈ ਕੇ ਆਇਆ, ਭੇਟਾ ਦਿਓ ਜੋ। ਪਾਤਸ਼ਾਹ ਕਹਿਣ ਲੱਗੇ ਦੀਦਾਰ ਕਰਾ। ਕਹਿੰਦੇ ਨੇ ਜਦੋਂ ਲਾਲ ਚੰਦ ਨੇ ਬਸਤਰ ਚੁੱਕਿਆ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਉਹ ਢਾਲ ਨੂੰ ਆਪਣੇ ਹੱਥ 'ਚ ਪਕੜ ਲਿਆ। ਸਤਿਗੁਰੂ ਕਹਿਣਗੇ ਬੜਾ ਸੋਹਣਾ ਢਾਲ ਬਣਿਆ, ਬੜਾ ਲੋਹਾ ਮੜਿਆ ਇਹਦੇ ਉੱਤੇ, ਬੜੀ ਮਿਹਨਤ ਕੀਤੀ ਹੈ। ਜਿਉਂ-ਜਿਉਂ ਪਾਤਸ਼ਾਹ ਕਹਿੰਦੇ ਜਾ ਰਹੇ ਨੇ ਤੇ ਲਾਲ ਚੰਦ ਦੇ ਅੰਦਰ ਹੋਰ ਜ਼ਿਆਦਾ ਮਾਣ ਵੱਧਦਾ ਜਾ ਰਿਹਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਬੜਾ ਮਜ਼ਬੂਤ ਹੈ। ਤੇ ਕਹਿਣ ਲੱਗਿਆ ਹਾਂਜੀ ਸਤਿਗੁਰੂ, ਜੇ ਗੋਲੀ ਚੱਲੇ ਨਾ, ਗੋਲੀ ਨੂੰ ਪਾਰ ਨਹੀਂ ਕਰ ਸਕਦੀ ਹੈ, ਗੋਲੀ ਪਾਰ ਨਹੀਂ ਕਰ ਸਕਦੀ ਹੈ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਨਹੀਂ ਲਾਲ ਸਿਆਂ, ਜੇ ਮੈਂ ਗੋਲੀ ਚਲਾਵਾਂ ਫਿਰ ਪਾਰ ਕਰ ਜਾਵੇਗੀ। ਤੇ ਲਾਲ ਚੰਦ ਕਹਿਣ ਲੱਗਿਆ ਨਹੀਂ ਸਤਿਗੁਰੂ, ਫਿਰ ਵੀ ਪਾਰ ਨਹੀਂ ਕਰ ਸਕਦੀ ਹੈ। ਤੇ ਸਤਿਗੁਰੂ ਕਹਿਣਗੇ ਠੀਕ ਹੈ ਭਾਈ, ਫਿਰ ਕੱਲ੍ਹ ਨੂੰ ਦੀਵਾਨ ਸੱਜਣਗੇ, ਕੱਲ੍ਹ ਨੂੰ ਤੇਰੀ ਢਾਲ ਦੀ ਪਰਖ ਕਰਾਂਗੇ, ਦੇਖਾਂਗੇ ਕਿ ਸਾਡੀ ਗੋਲੀ ਤੇਜ਼ ਹੈ ਜਾਂ ਤੇਰੀ ਢਾਲ ਮਜ਼ਬੂਤ ਹੈ। ਕਹਿਣ ਲੱਗੇ ਠੀਕ ਹੈ ਸਤਿਗੁਰੂ ਜੀ, ਕੱਲ੍ਹ ਨੂੰ ਨਿਸ਼ਾਨਾ ਪਰਖਾਂਗੇ। ਹੁਣ ਉਦੋਂ ਤਾਂ ਹੰਕਾਰ ਦੇ ਵਿੱਚ ਸੀ ਜਦੋਂ ਸਤਿਗੁਰੂ ਦਰਬਾਰ ਦੇ ਵਿੱਚ ਆਇਆ, ਪਰ ਜਦੋਂ ਘਰ ਦੇ ਵਿੱਚ ਪਹੁੰਚਿਆ, ਘਰ ਵਾਲੀ ਨੂੰ ਕੋਲ ਸੀ, ਨਾਲ ਸੀ, ਘਰ ਵਾਲੀ ਨੂੰ ਦੱਸਿਆ ਕਿ ਅੱਜ ਗੁਰੂ ਦਰਬਾਰ 'ਚ ਇਹ ਹੋਇਆ। ਮੈਂ ਸਤਿਗੁਰੂ ਦਾ ਚੈਲੰਜ ਕਬੂਲ ਕਰ ਲਿਆ ਕਿ ਸਤਿਗੁਰੂ ਤੁਹਾਡੀ ਗੋਲੀ ਇਸ ਢਾਲ ਨੂੰ ਪਾਰ ਨਹੀਂ ਕਰ ਸਕਦੀ ਹੈ। ਤੇ ਘਰ ਵਾਲੀ ਕਹਿਣ ਲੱਗੀ ਪਤੀ ਜੀ ਕਿੱਥੇ ਵਿੱਚ ਫਿਰਦੇ ਹੋ? ਗੁਰੂ ਗੋਬਿੰਦ ਸਿੰਘ ਮਹਾਰਾਜ ਚਾਹਣ ਤੇ ਸਤਿਗੁਰੂ ਮਹਾਰਾਜ ਆਕਾਸ਼ ਵੱਲ ਨੂੰ ਗੋਲੀ ਮਾਰੇ ਨਾ, ਆਕਾਸ਼ ਨੂੰ ਚੀਰ ਸਕਦੇ ਨੇ ਸਤਿਗੁਰੂ ਜੀ। ਇਹ ਢਾਲ ਦਾ ਸਤਿਗੁਰ ਦੇ ਅੱਗੇ ਕੀ ਹੈ? ਕਹਿਣ ਲੱਗੀ ਕਿ ਪਤੀ ਜੀ ਜੇ ਆਪਣਾ ਭਲਾ ਚਾਹੁੰਦੇ ਹੋ ਨਾ ਤੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ। ਹੁਣ ਘਰ ਵਾਲੀ ਨੇ ਜਦੋਂ ਜਗਾਇਆ ਤੇ ਜਾਗਿਆ ਤੇ ਵਾਕਈ ਕਿ ਸਤਿਗੁਰੂ ਤਾਂ ਕੁਝ ਵੀ ਕਰ ਸਕਦੇ ਨੇ। ਗੁਰੂ ਪਾਤਸ਼ਾਹ ਦੇ ਸਨਮੁਖ ਮੈਂ ਢਾਲ ਲੈ ਕੇ ਖਲੋਵਾਂਗਾ ਤੇ ਗੋਲੀ ਜਿਹੜੀ ਹੈ ਇਹ ਗੋਲੀ ਪਾਰ ਕਰ ਜਾਵੇਗੀ ਤੇ ਮੇਰੀ ਮੌਤ ਹੋਵੇਗੀ। ਤੇ ਹੁਣ ਸੋਚਦਾ ਕਰਾਂ ਕੀ? ਕਹਿੰਦੇ ਸਾਰੀ ਰਾਤ ਜਾਗਦਾ ਰਿਹਾ, ਸਿੰਘਾਂ ਨਾਲ ਗੁਰਮੱਤਾ ਕੀਤਾ। ਤੇ ਸਿੰਘ ਕਹਿਣ ਲੱਗੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਨਾ ਅਰਦਾਸ ਬੇਨਤੀ ਕਰ, ਭੈ ਵਿੱਚ ਰਹਿ ਕੇ ਦੇਗ ਤਿਆਰ ਕਰ, ਬਾਣੀ ਪੜ੍ਹ ਤੇ ਗੁਰੂ ਪਾਤਸ਼ਾਹ ਚਰਨਾਂ ਅਰਦਾਸ ਬੇਨਤੀ ਕਰ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ। ਕਹਿੰਦੇ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ ਸੁਚਮਤਾ ਦੇ ਨਾਲ, ਦੇਗ ਤਿਆਰ ਹੋਈ ਹੈ, ਅਰਦਾਸਾਂ ਬੇਨਤੀਆਂ ਸਾਰੀ ਰਾਤ ਹੀ ਕਰਦਾ ਰਿਹਾ। ਸਵੇਰ ਵੇਲੇ ਸਤਿਗੁਰ ਦੇ ਦਰਬਾਰ ਸੱਜ ਗਿਆ, ਇਹ ਢਾਲ ਲੈ ਕੇ ਆ ਗਿਆ। ਤੇ ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਭਾਈ ਆਲਮ ਸਿੰਘ ਨੱਚਣਾ ਸਤਿਗੁਰ ਦਾ ਸਿੰਘ ਸੀ। ਕਹਿਣ ਲੱਗੇ ਭਾਈ ਆਲਮ ਸਿੰਘਾ ਚੱਲ ਤੂੰ ਗੋਲੀ ਚਲਾ। ਸਾਹਮਣੇ ਖਲੋ ਗਿਆ ਹੈ, ਨੇਤਰੇ ਦੇ ਬੰਦ ਨੇ, ਮਨ 'ਚ ਅਰਦਾਸਾਂ ਕਰ ਰਿਹਾ ਏ। ਭਾਈ ਆਲਮ ਸਿੰਘ ਜਦੋਂ ਗੁਰੂ ਸਰੇ ਗੋਲੀ ਚਲਾਉਣ ਲੱਗੇ, ਕਹਿੰਦੇ ਨੇ ਗੋਲੀ ਚੱਲੀ ਨਹੀਂ। ਤੇ
ਸਤਿਗੁਰੂ ਬੜੇ ਵੀਰ ਰਸ ਵਿੱਚ ਕਹਿਣ ਲੱਗੇ, ਆਲਮ ਸਿੰਘ ਕੀ ਗੱਲ ਤੇਰੇ ਤੋਂ ਗੋਲੀ ਨਹੀਂ ਚੱਲਦੀ? ਕਹਿਣ ਲਿਆ ਮੈਂ ਤੈਨੂੰ ਦੱਸਦਾ ਬੰਦੂਕ ਕਿਵੇਂ ਚਲਾਈਦੀ ਹੈ। ਜਦੋਂ ਹੁਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੋਲੀ ਚਲਾਉਣ ਲੱਗੇ, ਕਹਿੰਦੇ ਨੇ ਸਤਿਗੁਰੂ ਕਦੇ ਬੰਦੂਕ ਨੂੰ ਉਤਾਂਹ ਨੂੰ ਕਰਦੇ, ਕਦੇ ਥੱਲੇ ਨੂੰ ਕਰਦੇ ਨੇ। ਜਿੱਧਰਲੇ ਪਾਸੇ ਨੂੰ ਪਾਤਸ਼ਾਹ ਬੰਦੂਕ ਕਰਦੇ ਨੇ, ਉੱਧਰਲੇ ਪਾਸੇ ਨੂੰ ਲਾਲਚਾਂ ਦਾ ਮੰਢਾਲ ਕਰੀ ਜਾ ਰਹੇ ਆ, ਨਾਲੇ ਅਰਦਾਸਾਂ ਬੇਨਤੀਆਂ ਕਰੀ ਜਾ ਰਹੇ ਆ। ਸਤਿਗੁਰੂ ਜੀ ਨੇ ਗੋਲੀ ਚਲਾਈ, ਗੋਲੀ ਗੁਰੂ ਗੁਰਸਵਾਰੇ ਉੱਤੋਂ ਦੀ ਲੰਘ ਕੇ ਅੱਗੇ ਚਲੀ ਗਈ। ਸਾਰੇ ਹੈਰਾਨ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਲੀ ਵਿਅਰਥ ਚਲੀ, ਨਿਸ਼ਾਨਾ ਨਹੀਂ ਲੱਗਿਆ, ਇਹ ਢਾਲ ਨੂੰ ਗੋਲੀ ਲੱਗੀ ਨਹੀਂ ਹੈ। ਕਲਗੀਧਰ ਪਾਤਸ਼ਾਹ ਨੇ ਉਸ ਸਮੇਂ ਭਾਈ ਲਾਲ ਚੰਦ ਨੂੰ ਆਪਣੇ ਕੋਲ ਸੱਦਿਆ, ਕਹਿਣ ਲੱਗਿਆ ਲਾਲ ਚੰਦਾ ਦੱਸ ਕੀ ਕੀਤਾ ਤੈਂ? ਕਹਿਣ ਲੱਗਿਆ ਸਤਿਗੁਰੂ ਕਰਨਾ ਕੀ ਸੀ? ਜਦੋਂ ਮੈਂ ਕੱਲ੍ਹ ਤੁਹਾਡੀ ਹਜ਼ੂਰੀ 'ਚ ਆਇਆ ਸੀ ਤੇ ਕੱਲ੍ਹ ਮੇਰੇ ਅੰਦਰ ਮਾਣ ਸੀ ਕਿ ਮੇਰੇ ਜੈਸੀ ਢਾਲ ਸਤਿਗੁਰੂ ਨੂੰ ਕੋਈ ਭੇਟ ਨਹੀਂ ਕਰ ਸਕਦਾ ਹੈ। ਜਦੋਂ ਘਰ ਦੇ ਵਿੱਚ ਗਿਆ ਤੇ ਪਾਤਸ਼ਾਹ ਫਿਰ ਮੈਨੂੰ ਯਾਦ ਹੈ ਗੁਰੂ ਤਾਂ ਕੁਝ ਵੀ ਕਾ, ਗੁਰੂ ਤਾਂ ਮੇਰਾ ਸਮਰੱਥ ਹੈ। ਸਤਿਗੁਰੂ ਕਰਨਾ ਕੀ ਸੀ? ਫਿਰ ਮੈਂ ਬਾਰ-ਬਾਰ ਅਰਦਾਸਾਂ ਬੇਨਤੀਆਂ ਕਰ 10 ਪਾਤਸ਼ਾਹ ਦਾ ਨਾਮ ਲੈ ਕੇ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਤੁਹਾਡੇ ਤੱਕ ਮੈਂ ਬਾਰ-ਬਾਰ ਨਾਮ ਲੈ ਕੇ ਅਰਦਾਸਾਂ ਬੇਨਤੀਆਂ ਕਰਦਾ ਕਿ ਪਾਤਸ਼ਾਹ ਰੱਖ ਲਓ, ਹੱਥ ਦੇ ਕੇ ਰੱਖਿਆ ਕਰਨੀ। ਤੇ ਕਲਗੀਧਰ ਪਾਤਸ਼ਾਹ ਕਹਿਣਗੇ ਇਹੀ ਫਰਕ ਸੀ, ਜਦੋਂ ਮੈਂ ਢਾਲ ਚਲਾਉਂਦਾ ਤੇ ਮੈਂ ਗੋਲੀ ਚਲਾਉਣ ਨਿਸ਼ਾਨਾ ਲਾਉਣ ਲੱਗਿਆ, ਮੈਨੂੰ ਢਾਲ ਦੇ ਅੰਦਰ ਗੁਰੂ ਨਾਨਕ ਦੇ ਦੀਦਾਰ ਹੋ ਰਹੇ ਸਨ, ਮੈਨੂੰ ਗੁਰੂ ਅੰਗਦ ਦੇ ਮਹਾਰਾਜ ਦੀਦਾਰ ਹੋ ਰਹੇ ਸੀ, ਮੈਨੂੰ ਗੁਰੂ ਅਮਰਦਾਸ ਪਾਤਸ਼ਾਹ ਦੀਦਾਰ, ਪਿਤਾ ਗੁਰੂ ਦੇ ਦੀਦਾਰ ਹੋ ਰਹੇ ਸਨ। ਤੇ ਕਹਿਣ ਲੱਗੇ ਇਸ ਕਰਕੇ ਮੈਂ ਗੋਲੀ ਤੇਰੇ ਉੱਤੋਂ ਦੀ ਲੰਘਾ ਦਿੱਤੀ ਭਾਈ। ਸੋ ਗੁਰੂ ਸਵਾਰੇ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਜਿਹੜੇ ਜਿਹਦੇ ਅੰਦਰ ਮਾਇਆ ਦਾ ਮੋਹ ਪੈਦਾ ਹੋ ਜਾਂਦਾ ਨਾ, ਫਿਰ ਉਹ ਹੰਕਾਰ ਆ ਜਾਂਦਾ ਉਹਦੇ ਮਨ ਵਿੱਚ। ਪਰ ਸਤਿਗੁਰੂ ਆਪਣੇ ਜਾਣ ਕੇ ਹੰਕਾਰ ਵੀ ਦੂਰ ਕਰ ਦਿੰਦੇ ਹਨ। ਤੇ ਸਤਿਗੁਰੂ ਇੱਥੇ ਬਚਨ ਕਰ ਰਹੇ ਕਿ ਮਨਮੁਖ ਮਹੋਮੈ ਮਾਇਆ ਸੂਤੇ। ਜਿਹੜਾ ਮਨਮੁਖ ਜੀਵ ਹੈ ਨਾ, ਉਹਦੇ ਅੰਦਰ ਹੋਮੈ ਹੈ, ਮਾਇਆ ਵਿੱਚ ਗਲਤਾਨ ਹੋ ਕੇ ਅਵਿਦਿਆ ਰੂਪੀ ਰਾਤ ਵਿੱਚ ਉਹ ਦਿਨ ਰਾਤ ਸੁੱਤਾ ਪਿਆ ਹੀ ਹੈ, ਜਾਗਦਾ ਨਹੀਂ ਹੈ। ਆਪਣਾ ਘਰ ਨਾ ਸੰਭਾਲ ਹੈ ਅੰਤ ਬਿਗੂਤੇ। ਆਪਣੇ ਘਰ ਨੂੰ ਨਹੀਂ ਸੰਭਾਲਿਆ। ਜਿਵੇਂ ਮਾਨੋ ਘਰ ਦੇ ਵਿੱਚ ਆਪਾਂ ਸੁੱਤੇ ਪਏ ਹਾਂ, ਚੋਰ ਉਚੱਕੇ ਆਣ ਚੋਰੀ ਕਰਕੇ ਲੈ ਜਾਣ, ਸਾਨੂੰ ਸੁੱਤਿਆਂ ਪਏ ਨੂੰ ਕੁਝ ਪਤਾ ਨਹੀਂ ਲੱਗੇ ਸਾਰਾ ਘਰ ਲੁੱਟਿਆ ਗਿਆ। ਇਸੇ ਤਰ੍ਹਾਂ ਹੀ ਗੁਰੂ ਸਵਾਰਿਓ ਸਤਿਗੁਰੂ ਕਹਿੰਦੇ ਇਹ ਮਨਮੁਖ ਜੀਵ ਅਵਿਦਿਆ ਰੂਪੀ ਰਾਤ ਸੁੱਤਾ ਪਿਆ ਹੈ, ਇਹਦੇ ਘਰ ਦੇ ਅੰਦਰ ਜਿਹੜੇ ਚੋਰ ਨੇ ਚੋਰੀ ਕਰ ਰਹੇ। ਚੋਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਚੋਰ ਨੇ। ਕਹਿੰਦੇ ਇਹ ਘਰ ਨੂੰ ਲੁੱਟ ਰਹੇ ਨੇ, ਨਾਮ ਰੂਪੀ ਅੰਮ੍ਰਿਤ ਲੁੱਟ ਰਹੇ, ਖਜ਼ਾਨਾ ਲੁੱਟ ਰਹੇ ਹਨ। ਕਹਿੰਦੇ ਪਰ ਜੀਵ ਨੂੰ ਕੋਈ ਸੋਝੀ ਨਹੀਂ ਆ ਰਹੀ ਹੈ। ਮਨਮੁਖ ਜੀਵ ਨੂੰ ਇਹ ਵਿਦਿਆ ਰੂਪੀ ਰਾਤ ਸੁੱਤਾ ਪਿਆ ਸਾਰੀ ਜ਼ਿੰਦਗੀ ਵਿਅਰਥ ਗਵਾ ਲੈਂਦਾ ਹੈ ਤੇ ਅੰਤ ਵੇਲੇ ਕਹਿੰਦੇ ਫਿਰ ਖੁਆਰ ਹੁੰਦਾ ਏ। ਇਹ ਭਗਤ ਕਬੀਰ ਸਾਹਿਬਾਨ ਜੀ ਦੇ ਸ਼ਲੋਕ ਨੇ। ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਬਨ ਹੋਏ ਗੋ ਲਾਂਬੇ ਗੋੜ ਪਸਾਰ। ਕੋਈ ਮਨੁੱਖ ਸੁੱਤਾ ਪਿਆ ਸੀ, ਭਗਤ ਕਬੀਰ ਸਾਹਿਬਾਨ ਜੀ ਨਦੀ ਦੇ ਕਿਨਾਰੇ, ਨਦੀ ਦੇ ਇਸ਼ਨਾਨ ਕਰਨ ਲਈ ਜਾ ਰਹੇ ਸਨ। ਠੇਡਾ ਵੱਜਿਆ ਸੀ ਤੇ ਪਾਤਸ਼ਾਹ ਭਗਤ ਜੀ ਕਹਿਣ ਲੱਗੇ ਬੰਦਿਆ ਉੱਠ ਕੇ ਨਾਮ ਜਪ। ਉਹ ਮਨੁੱਖ ਕਹਿਣ ਲੱਗਿਆ ਕਿ ਉੱਠ ਕੇ ਕੀ ਕਰਨਾ? ਕਹਿਣ ਲੱਗੇ ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਬਨ ਹੋਏ ਗੋ ਲਾਂਬੇ ਗੋਟ ਪਸਾਰ। ਕਬੀਰ ਸੂਤਾ ਕਿਆ ਕਰਹਿ, ਬੈਠਾ ਰੋਹ ਅਰ ਜਾਗ, ਜਾ ਕੇ ਸੰਗ ਤੇ ਬੀਸ਼ਰਾ, ਤਾਹੀ ਕੇ ਸੰਗ ਲਾਗ। ਜਿਹਦੇ ਨਾਲੋਂ ਭਾਈ ਤੂੰ ਕਰਮਾਂ ਕਰਕੇ ਵਿਛੜਿਆ ਹੋਇਆ ਨਾ, ਉਹਦੇ ਨਾਲ ਕਹਿੰਦੇ ਉਹਦੇ ਸੰਗ ਲੱਗ ਜਾ, ਆਪਾਂ ਉਹਦੇ ਗੁਣਾਂ ਦਾ ਗਾਇਨ ਕਰ, ਉਹਦੀ ਸਿਫਤ ਸਲਾਹ ਕਰਨਾ ਕਰ। ਇਸ ਤਰ੍ਹਾਂ ਫਿਰ ਤੇਰਾ ਉਸ ਮਾਲਕ ਪ੍ਰਭੂ ਦੇ ਨਾਲ ਮਿਲਾਪ ਹੋ ਜਾਵੇਗਾ। ਪਰ ਮਨਮੁਖ ਜੀਵ ਕਹਿੰਦੇ ਐਸੀ ਗੂੜੀ ਨੀਂਦ ਸੁੱਤਾ ਪਿਆ, ਇਹਨੂੰ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਹੈ। ਆਪਣਾ ਸਾਰਾ ਘਰ ਲੁਟਾ ਰਿਹਾ ਹੈ
ਅੰਤ ਵੇਲੇ ਕਹਿੰਦੇ ਇਹ ਫਿਰ ਬਗੂਤੇ ਖੁਆਰ ਹੁੰਦਾ ਹੈ। ਪਰ ਨਿੰਦਾ ਕਰੇ ਬਹੁ ਚਿੰਤਾ ਜਾਲੈ, ਦੁਖੇ ਦੁਖ ਨਿਵਾਸੀ ਹੈ। ਮਨਮੁਖ ਜੀਵ ਕੰਮ ਕੀ ਕਰਦਾ ਹੈ? ਸਤਿਗੁਰੂ ਕਹਿੰਦੇ ਪਰ ਨਿੰਦਾ, ਪਰਾਏ ਦੀ ਨਿੰਦਿਆ ਕਰਦਾ। ਨਿੰਦਿਆ ਕੀ ਹੈ? ਮਾਨੋ ਮੇਰੇ ਵਿੱਚ ਔਗਣ ਹਨ, ਉਸ ਔਗਣ ਨੂੰ ਦੁਨੀਆ ਵਿੱਚ ਜ਼ਾਹਰ ਕਰਨਾ ਉਹ ਨਿੰਦਿਆ ਨਹੀਂ ਹੈ ਗੁਰੂ ਸਵਾਰਿਓ। ਪਰ ਮਨੁੱਖ ਵਿੱਚ ਕੋਈ ਔਗਣ ਨਾ ਹੋਵੇ, ਐਵੇਂ ਦੋਸ਼ ਉਹਦੇ ਉੱਤੇ ਲਾ ਕੇ ਬੇਫਜ਼ੂਲ ਦੀ ਨਿੰਦਿਆ ਕਰੀ ਜਾਣੀ ਹੈ ਕਿ ਇਸ ਤਰ੍ਹਾਂ ਦਾ ਝੂਠ ਬੋਲ ਕੇ ਉਹਨੂੰ ਨਿੰਦਿਆ ਆਖਿਆ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਜੀਵ, ਮਨਮੁਖ ਜੀਵ ਪਰਾਏ ਦੀ ਨਿੰਦਿਆ ਕਰਦਾ ਹੈ। ਨਿੰਦਿਆ ਮੁੱਖੋਂ ਕਰਦਾ ਹੈ ਤੇ ਸੁਣਨ ਵਾਲੇ ਕੰਨ ਰਸ ਲੈਂਦੇ ਨੇ। ਕਿਉਂਕਿ ਆਮ ਤੌਰ 'ਤੇ ਆਪਾਂ ਦੇਖਦੇ ਹਾਂ, ਜਦੋਂ ਕਥਾ ਹੁੰਦੀ ਹੋਵੇ, ਕੀਰਤਨ ਹੁੰਦਾ ਹੋਵੇ ਜਾਂ ਬਾਣੀ ਪੜ੍ਹੀ ਜਾਂਦੀ ਹੋਵੇ ਤੇ ਮਨੁੱਖ ਅੱਧਾ ਘੰਟਾ ਬੈਠੇਗਾ, ਮਨੁੱਖ ਨੂੰ ਫਿਰ ਨੀਂਦ ਆਉਣ ਲੱਗ ਪੈਂਦੀ ਹੈ। ਪਰ ਜਦੋਂ ਕਿਸੇ ਦੀ ਚੁਗਲੀ ਨਿੰਦਿਆ ਕਰਨੀ ਹੋਵੇ ਨਾ, ਤੇ ਬੜੇ ਧਿਆਨ ਨਾਲ ਕੰਨ ਲਾ ਕੇ ਗੱਲਬਾਤ ਮਨੁੱਖ ਸੁਣਦਾ, ਚਾਹੇ ਸਾਰੀ ਰਾਤ ਬੈਠਾ ਰਵੇ, ਨੀਂਦ ਫਿਰ ਵੀ ਨਹੀਂ ਆਉਂਦੀ ਹੈ। ਕਾਰਨ ਕੀ ਹੈ? ਕੰਨ ਦਾ ਰਸ ਬਣਿਆ ਹੋਇਆ ਹੈ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਬਹੁਤ ਚਿੰਤਾ ਜਲ ਹੈ, ਪਰਾਏ ਦੀ ਨਿੰਦਿਆ ਕਰਦਾ ਹੈ। ਤੇ ਜੇਕਰ ਕੋਈ ਗੁਆਂਢੀ ਕਾਮਯਾਬ ਹੋ ਗਿਆ, ਰਿਸ਼ਤੇਦਾਰ ਮਿੱਤਰ ਸੱਜਣ ਕਾਮਯਾਬ ਹੋ ਗਿਆ ਜ਼ਿੰਦਗੀ 'ਚ, ਉਹਦਾ ਕਾਰੋਬਾਰ ਵਧੀਆ ਸੈੱਟ ਹੋ ਗਿਆ, ਤੇ ਗੁਰੂ ਸਵਾਰੇ ਰਿਸ਼ਤੇਦਾਰ ਹੀ ਫਿਰ ਇਸ ਤਰ੍ਹਾਂ ਈਰਖਾ ਕਰਨਾ ਕਿ ਸਾਤੋਂ ਅੱਗੇ ਕਿਵੇਂ ਲੰਘ ਗਿਆ ਹੈ। ਜਿਹੜਾ ਉਹਦਾ ਕਰਮ ਉਹਨੂੰ ਮਿਲ ਗਿਆ, ਉਹਨੇ ਮਿਹਨਤ ਮੁਸ਼ੱਕਤ ਕੀਤੀ, ਪ੍ਰਾਪਤ ਹੋ ਗਿਆ, ਤੂੰ ਐਵੇਂ ਚਿੰਤਾ ਕਰੀ ਜਾ ਰਿਹਾ। ਜੋ ਮੇਰੇ ਕਰਮਾਂ 'ਚ ਮੈਨੂੰ ਮਿਲ ਕੇ ਰਹੇਗਾ ਕੋਈ ਖੋਹ ਨਹੀਂ ਸਕਦਾ। ਜਿਹੜਾ ਤੁਹਾਡੇ ਕਰਮਾਂ 'ਚ ਤੁਹਾਨੂੰ ਮਿਲ ਕੇ ਰਹੇ, ਤੁਹਾਤੋਂ ਕੋਈ ਨਹੀਂ ਖੋਹ ਸਕਦਾ ਹੈ। ਜਿੰਨਾ ਕੁ ਆਪਾਂ ਆਪਣੀ ਜ਼ਿੰਦਗੀ 'ਚ ਦਾਨ ਪੁੰਨ ਕੀਤਾ ਹੈ, ਫਲ ਵਿਧਾਤੇ ਵੱਲੋਂ ਉਨਾ ਕੁ ਸਾਨੂੰ ਫਲ ਸਮੇਂ ਅਨੁਸਾਰ ਮਿਲੀ ਜਾ ਰਿਹਾ ਹੈ। ਪਰ ਮਨੁੱਖ ਗੁਰੂ ਸਵਾਰੇ ਦੇਖਦਾ ਕਿ ਗੁਆਂਢੀ ਕਾਮਯਾਬ ਹੋ ਗਿਆ, ਗੁਆਂਢੀ ਨੇ ਕੋਠੀ ਪਾ ਲਈ ਤੇ ਆਪਣਾ ਘਰ ਉਸ ਤਰ੍ਹਾਂ ਪੁਰਾਣਾ ਹੀ ਹੈ, ਤੇ ਸੋਚਦਾ ਮੇਰੇ ਤੋਂ ਅੱਗੇ ਕਿਵੇਂ ਲੰਘ ਗਿਆ। ਐਵੇਂ ਚਿੰਤਾ ਲੱਗੀ ਹੋਈ ਹੈ, ਚਿੰਤਾ ਦੇ ਵਿੱਚ ਈਰਖਾ ਵਸ ਹੋ ਕੇ ਦਿਨ ਰਾਤ ਸੜਦਾ ਰਹਿੰਦਾ ਹੈ। ਤੇ ਸਤਿਗੁਰੂ ਕਹਿੰਦੇ ਇਹ ਮਨਮੁਖ ਲੋਕਾਂ ਦੀ ਨਿਸ਼ਾਨੀ ਹੈ। ਗੁਰਮੁਖ ਜਨ ਜਿਹੜੇ ਨੇ ਨਾ, ਉਹ ਤਾਂ ਕੁੱਲੀ ਵਿੱਚ ਬੈਠ ਕੇ ਵੀ ਪਰਮਾਤਮਾ ਦਾ ਨਾਮ ਜਪਦੇ ਨੇ। ਜੇ ਮਹਿਲ ਮਾੜੀਆਂ 'ਚ ਬੈਠੇ ਹੋਣ, ਉੱਥੇ ਬੈਠ ਕੇ ਹੁਣ ਰੱਬ ਚੇਤੇ ਆਉਂਦਾ ਹੈ। ਬਸਤਾ ਟੂਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਣ, ਕਿ ਸਾਕ ਨਾ ਸਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਤੇ ਪਾਤਸ਼ਾਹ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਏ, ਚਾਹੇ ਉਹ ਟੁੱਟੀ ਹੋਈ ਛੱਪਰੀ 'ਚ ਬੈਠਾ ਹੋਵੇ, ਪਾਟੇ ਹੋਏ ਵਸਤਰ ਪਹਿਨੇ ਹੋਣ, ਨਾ ਕੋਈ ਚੰਗੀ ਕੁੱਲ ਹੋਵੇ, ਨਾ ਜਾਤ ਉਹਦੀ ਚੰਗੀ ਹੋਵੇ, ਨੀਵੀਂ ਕੁੱਲ 'ਚ ਪੈਦਾ ਹੋਇਆ ਹੋਵੇ। ਕਹਿੰਦੇ ਜੇ ਅੰਦਰ ਪ੍ਰਮਾਤਮਾ ਦਾ ਨਾਮ ਹੈ, ਟਿਕਾ ਹੈ, ਠਹਿਰਾ ਹੈ, ਤੇ ਪਾਤਸ਼ਾਹ ਕਹਿੰਦੇ ਅਸਲ ਵਿੱਚ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਇਸ ਕਰਕੇ ਪਰ ਮਨਮੁਖ ਜੀਵ ਜਿਹੜਾ ਹੈ, ਪਰਾਏ ਦੀ ਨਿੰਦਿਆ ਕਰਨੀ, ਚਿੰਤਾ ਵਿੱਚ ਡੁੱਬੇ ਰਹਿਣਾ ਹਰ ਸਮੇਂ, ਦੁੱਖੇ ਦੁੱਖ ਨਿਵਾਸੀ ਹੈ। ਕਹਿੰਦੇ ਦੂਜਿਆਂ ਨੂੰ ਦੁੱਖ ਦਿੰਦਾ, ਦੂਜਿਆਂ ਨੂੰ ਦੁੱਖ ਦੇਣ ਦੀ ਜਿੰਨੀ ਕੋਸ਼ਿਸ਼ ਕਰਦਾ ਨਾ, ਦੇਖੋ ਅਸਲ ਵਿੱਚ ਮਨੁੱਖ ਜਿਹੜਾ ਹੈ, ਮਨੁੱਖ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਹਦੇ ਵਿੱਚ ਸਾਨੂੰ ਨਾਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸਲ ਵਿੱਚ ਉਹ ਸਾਡੀ ਬਰੋਬਰਤਾ ਨਹੀਂ ਕਰ ਸਕਦਾ, ਜਿਸ ਕਰਕੇ ਵਾਰ-ਵਾਰ ਉਹ ਖੱਜਲ ਖੁਆਰ ਹੁੰਦਾ ਹੈ ਤੇ ਦੁੱਖ ਦੇਣ ਦੀ ਕੋਸ਼ਿਸ਼ ਕਰਦਾ, ਪਰ ਆਪ ਦੁਖੀ ਹੋ ਜਾਂਦਾ ਹੈ। ਤੇ ਗੁਰਬਾਣੀ ਵਿੱਚ ਸਤਿਗੁਰਾਂ ਇਸ ਤੋਂ ਇੱਕ ਵਚਨ ਕਰ ਦਿੱਤੇ ਨੇ ਕਿ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਰੱਬ ਦੇ ਪਿਆਰਿਆਂ ਨੂੰ ਉਹ ਇਹੋ ਜਿਹੇ ਮਨਮੁਖ ਲੋਕ ਦੁੱਖ ਦੇਣ ਦੀ ਕੋਸ਼ਿਸ਼ ਕਰੇ ਨਾ, ਤੇ ਅਸਲ ਵਿੱਚ ਉਹ ਰੱਬ ਦੇ ਪਿਆਰੇ ਨਹੀਂ ਦੁੱਖ ਦੇ, ਪਰਮਾਤਮਾ ਨੂੰ ਦੁੱਖ ਪਹੁੰਚਦਾ। ਅਸਲ ਵਿੱਚ ਪਰਮਾਤਮਾ ਨੂੰ ਦੁੱਖ ਪਹੁੰਚਦਾ ਹੈ, ਤੇ ਪਰਮਾਤਮਾ ਫਿਰ ਆਪਣੀ ਆਪ ਹਿਸਾਬ ਕਿਤਾਬ ਕਰਦਾ ਸਾਰਾ,
ਇਸ ਕਰਕੇ ਉਹ ਮਨਮੁਖ ਹਰ ਸਮੇਂ ਕੇ ਦੁੱਖੇ ਦੁੱਖ ਨੇ, ਦੁੱਖਾਂ ਨਾਲ ਘਿਰੇ ਹੁੰਦੇ ਨੇ। ਦੁੱਖਾਂ ਵਿੱਚ ਉਹਨਾਂ ਦਾ ਨਿਵਾਸਾ ਹੁੰਦਾ ਹੈ। ਆਪੇ ਕਰਤੈ ਕਾਰ ਕਰਾਈ, ਆਪੇ ਗੁਰਮੁਖ ਦੇ 부ਝਾਈ। ਗੁਰੂ ਪਾਤਸ਼ਾਹ ਜੀ ਅਖੀਰਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਕਹਿੰਦੇ ਵਾਹਿਗੁਰੂ ਨੇ ਆਪੇ ਕਰਤਾ, ਜੋ ਕਰਨ ਵਾਲਾ ਹੈ, ਕਾਰ ਕਰਾਈ, ਜੀਵਾਂ ਪਾਸੋਂ ਕਹਿੰਦੇ ਉਹਨੇ ਹੀ ਕਾਰ ਪੈਦਾ ਕੀਤੀ ਹੈ, ਜੀਵਾਂ ਪਾਸੋਂ ਆਪ ਹੀ ਕਰਵਾ ਰਿਹਾ ਹੈ। ਜੀਵਾਂ ਦੇ ਬਸ ਦੀ ਗੱਲ ਨਹੀਂ ਹੈ। ਇੱਕ ਨਾ ਪਾਸੋਂ ਪਰਮਾਤਮਾ ਨਾਮ ਜਪਾ ਰਿਹਾ, ਬੰਦਗੀ ਕਰਾ ਰਿਹਾ, ਸਤ ਸੰਗਤ ਵਿੱਚ ਬਿਠਾ ਰਿਹਾ, ਸੇਵਾ ਸਿਮਰਨ ਕਰਾ ਰਿਹਾ ਹੈ। ਇੱਕ ਐਸੇ ਜਿਹੜੇ ਰਹਿੰਦੇ ਵੀ ਗੁਰੂ ਘਰਾਂ ਦੇ ਵਿੱਚ ਨੇ, ਗੁਰੂ ਘਰ ਦੇ ਕੋਲ ਹਨ, ਜੋ ਘਰ ਬਿਲਕੁਲ ਸਾਂਝੇ ਹਨ, ਕੰਧ ਨਾਲ ਕੰਧ ਸਾਂਝੀ ਹੈ, ਉਹਨਾਂ ਨੂੰ ਮੱਥਾ ਟੇਕਣ ਦਾ ਹੁਕਮ ਹੀ ਨਹੀਂ ਹੈ। ਇਹ ਸਾਰੀਆਂ ਖੇਡਾਂ ਪਰਮਾਤਮਾ ਦੀਆਂ ਨੇ। ਸਿਆਣਿਆਂ ਦੀ ਕਹਾਵਤ ਹੁੰਦੀ ਹੈ, ਕਹਿੰਦੇ ਦੇਵੇ ਥੱਲੇ ਹਨੇਰਾ, ਦੀਵੇ ਥੱਲੇ ਦੀਵਾ ਸਾਰੇ ਆਲੇ ਦੁਆਲੇ ਰੋਸ਼ਨੀ ਕਰਦਾ, ਪਰ ਕੋਲ ਥੱਲੇ ਹਨੇਰਾ ਹੁੰਦਾ ਹੈ। ਇਸੇ ਤਰ੍ਹਾਂ ਹੀ ਮਨੁੱਖਾਂ ਦੀ ਹਾਲਤ ਇਹੋ ਜਿਹੀ ਹੋ, ਕਹਿੰਦੇ ਪਰ ਹੈ ਪਰਮਾਤਮਾ ਦੀ ਸਾਰੀ ਖੇਡ ਹੈ। ਕਰਤੇ ਵਾਹਿਗੁਰੂ ਨੇ ਆਪ ਹੀ ਜੀਵਾ ਪਾਸੋਂ ਕਹਿੰਦੇ ਉਹ ਕਾਰ ਕਰਵਾ ਰਿਹਾ ਹੈ। ਆਪੇ ਗੁਰਮੁਖ ਦੇ 부ਝਾਈ, ਆਪ ਹੀ ਕਈਆਂ ਮਨਮੁੱਖਾਂ ਨੂੰ ਗੁਰਮੁਖ ਬਣਾ ਦਿੰਦਾ ਹੈ, ਉਹਨਾਂ ਨੂੰ ਫਿਰ ਚੰਗੀ ਤਰ੍ਹਾਂ ਜਣਾ ਦਿੰਦਾ। ਉਹ ਸੋਝੀ ਆਉਂਦੀ ਹੈ, ਉਹ ਹਰ ਸਮੇਂ ਫਿਰ ਸਾਸ ਗਰਾਸ ਦਾ ਉਸ ਮਾਲਕ ਦਾ ਨਾਮ ਜਪਦੇ ਹਨ। ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਨਿਵਾਸੀ ਹੈ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ ਕਿ ਨਾਮ ਰਤੇ ਮਨ ਨਿਰਮਲ। ਨਿਰਮਲ ਕੌਣ ਹਨ? ਜਿਹਨੇ ਚਿੱਟੇ ਰੰਗ ਦੇ ਵਸਤਰ ਪਹਿਨ ਲਏ, ਸੋਹਣਾ ਸਜ ਧਜ ਕੇ ਬੈਠ ਕੇ, ਉਹ ਨਿਰਮਲ ਹੈ? ਪਾਤਸ਼ਾਹ ਕਹਿੰਦੇ ਨਹੀਂ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਗਿਆ, ਜਿਹੜੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੱਤੇ ਤਦਾਕਾਰ ਹੋ ਗਏ, ਮਸਤ ਹੋ ਗਏ ਨੇ, ਉਹਨਾਂ ਜੀਵਾਂ ਦੇ ਫਿਰ ਮਨ ਨਿਰਮਲ ਹੁੰਦੇ ਨੇ। ਉਹ ਹਰ ਸਮੇਂ ਉਸ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਹਨ, ਉਸ ਮਾਲਕ ਦਾ ਨਾਮ ਜਪਦੇ ਹਨ, ਅਤੇ ਉਹਨਾਂ ਦਾ ਫਿਰ ਨਾਮ ਦੇ ਵਿੱਚ ਨਿਵਾਸੀ ਹੈ, ਨਾਮ ਦੇ ਵਿੱਚ ਹੀ ਵਾਸਾ ਹੋ ਜਾਂਦਾ ਹੈ। ਫਿਰ ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਕਲਗੀਧਰ ਪਾਤਸ਼ਾਹ ਦੇ ਵਾਂਗ ਕਿ ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵੇਖੈ ਸਮਾਏ। ਉਹ ਪਰਮੇਸ਼ਰ ਦੇ ਗੁਣ ਗਾਇਨ ਕਰਕੇ ਪਰਮੇਸ਼ਰ ਦਾ ਹੀ ਰੂਪ ਬਣ ਜਾਂਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲ